सत श्री अकाल जी। मैं हाँ हरजोत कौर, तुसीं वेख रहे हो साडा खास इमीग्रेशन शो उडारी विदेशां नूं ते तुहाडे सारे सवालों के जवाब लैके असीं हाजिर हो जाने इस शो दे विच। ते अज खास तौर पर आपां USA के बारे में गलबात करन जा रहे हैं, क्योंकि जिहड़े स्टूडेंट्स USA लई अपलाई करना चाहुंदे ने, कई सवाल ने कि किन्ना कुछ प्रोसैसिंग टाइम चल रहा है, स्पाउस नूं लैके जाना चाहुंदे आ तां की प्रोसैस है, ते नाल दी नाल जे आपां पैकेज की गल कर लैंदे आ तां की कोई ऑप्शन है कि कोई घट रेट दे विच थोड़ा खर्चा घट जाए जिस दे नाल USA ਲਈ जान ਲਈ ਤੁਹਾਨੂੰ थोड़ा ईजी हो जाए। इस दे ਲਈ भी आप गल करांगे, इसलिए शो तुसी बिल्कुल पहला वांग पहले सारे शोज़ की तरह यह भी शो बिल्कुल ध्यान दे नाल वेखना है शुरू तो लैके अखीर तक। तो स्वागत करते हैं सब तो पहला अज दे शो विच जिन्हां नाल असीं डिस्कशन करन जा रहे हैं जी EIFS इमीग्रेशन तो वीज़ा एक्सपर्ट लविश महाजन जी, बहुत बहुत स्वागत है। सत श्री अकाल जी। USA दी लैके बहुत सारे सवाल साडे कोल स्टूडेंट्स दे लगातार आ रहे हैं, असीं कई शोज़ USA ते ही कर रहे हैं, इसलिए अज फिर USA बारे डिस्कस करना चाहूँगी। सब तो पहला तो मैं ही जानना चाहूँगी कि जिहड़े स्टूडेंट्स हुण अपलाई करना चाहते हैं, लास्ट कदों तक जनवरी इनटेक ਲਈ या इनटेक ਲਈ ਉਹ पूरी तैयारी करन ताकि किते लेट ना हो जाए। इस टाइम देखो हरजोत जी, जो USA का चल रहा है इस टाइम जनवरी इनटेक चल रहा है जी जी। नवंबर क्लोज हो चुका है बिकॉज I-20 आने ਨੂੰ टाइम लगना है, बच्चे ने अपने इंटरव्यू की प्रैपरेशन भी करनी है, तो इस करके हुण और यूनिवर्सिटीज़ और कॉलेजेस जो इस टाइम I-20 रिलीज़ कर रहे हैं सारे हुण जनवरी इनटेक दी कर रहे हैं जी। सो जिन्हां बच्चों ने हुण अप्लाई करना है, जिस तरह इस टाइम हर किसी के मुँह ते USA चढ़िया हर कोई USA जाना चाहता है, तो USA के वास्ते जिन्हें भी जनवरी इनटेक के वास्ते जाना है उन्होंने आ बहुत चंगा समा हैगा अपनी फाइल लॉन्च करन दा, I-20 लैके एम्बैसी च इंटरव्यू देने का, बिकॉज इस टाइम USA जो वीज़ा है बहुत वधिया सक्सैस रेट के नाल दे रहा है। ਤੁਸੀਂ ਵਿਦ ਆਇਲਜ਼ੋ ਵਿਦਆਊਟ ਆਇਲਜ਼ੋ ਪ੍ਰੋਫਾਈਲ ਦੇ ਵਿੱਚ ਗੈਪ ਹੈਗਾ, ਸਪਾਊਸ ਦੇ ਨਾਲ ਜਾਣਾ ਤਾਂ USA ਇਸ ਟਾਈਮ ਤੁਹਾਡੇ ਵਾਸਤੇ ਟੌਪ ਆਫ ਦਾ ਵਰਲਡ ਡੈਸਟੀਨੇਸ਼ਨ ਹੈਗਾ ਸਟੱਡੀ ਵੀਜ਼ਾ ਵਾਸਤੇ। जी ਉਹ ਤਾਂ ਅਸੀਂ ਚਲੋ ਮੰਨਦੇ ਹਾਂ ਕਿਉਂਕਿ ਸਟੂਡੈਂਟਸ ਬਹੁਤ ਜ਼ਿਆਦਾ ਅਪਲਾਈ ਵੀ ਕਰ ਰਹੇ ਨੇ USA ਦੇ ਲਈ, ਪਰ ਅਗਰ ਆਪਾਂ ਪ੍ਰੋਸੈਸਿੰਗ ਟਾਈਮ ਦੀ ਗੱਲ ਕਰ ਲਈਏ ਕਿ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਹੈ ਤਾਂ ਕਿ ਸਟੂਡੈਂਟਸ ਵੀ ਅਵੇਅਰ ਰਹਿਣ, ਉਹਨਾਂ ਨੂੰ ਪਤਾ ਹੋਵੇ। ਬਾਕੀ ਕਿਤੇ ਅਜਿਹੀ ਥਾਂ 'ਤੇ ਕਈ ਵਾਰੀ ਜਾਂਦੇ ਨੇ ਉਹ ਪ੍ਰੋਸੈਸਿੰਗ ਟਾਈਮ ਦੇ ਨਾਮ 'ਤੇ ਹੀ ਸਟੂਡੈਂਟਸ ਨੂੰ ਕਿੰਨੇ ਮਹੀਨੇ ਕਈ ਵਾਰੀ ਟਰਕਾ ਦਿੱਤਾ ਜਾਂਦਾ। ਸੋ ਫਿਲਹਾਲ ਅਗਰ ਆਪਾਂ ਹੁਣ ਦੀ ਗੱਲ ਕਰੀਏ ਕਿੰਨਾ ਪ੍ਰੋਸੈਸਿੰਗ ਟਾਈਮ ਲੱਗ ਰਿਹਾ ਹੈ ਵੀਜ਼ਾ ਲਈ? मैक्सीमम ऑफ 3 महीने, मैक्सीमम ਤੁਹਾਨੂੰ 3 ਮਹੀਨੇ ਲੱਗਣਗੇ ਜੇ ਤੁਸੀਂ ਸਟੂਡੈਂਟ ਵੀਜ਼ਾ ਦਾ ਕਰਦੇ ਹੋ। ਸਭ ਕੁਝ ਡਿਪੈਂਡ ਕਰਦਾ ਹੈ ਕਿ ਸਟੂਡੈਂਟਸ ਕਿੰਨਾ ਟਾਈਮ ਲੈਂਦੇ ਆ ਆਪਣੀ ਡਾਕੂਮੈਂਟੇਸ਼ਨ ਰੈਡੀ ਕਰਕੇ I-20 ਵਾਸਤੇ ਸਬਮਿਟ ਕਰਨ ਦੇ ਵਾਸਤੇ। ਜਿਵੇਂ ਆਪਾਂ ਆਪਣਾ ਆਸਟ੍ਰੇਲੀਆ ਦੇ ਵਿੱਚ GT ਕਲੀਅਰ ਕਰਕੇ COE ਵਾਸਤੇ ਸਾਰੇ ਸਾਡੇ ਕੰਪਲੀਟ ਡਾਕੂਮੈਂਟ ਐਮਬੈਸੀ ਵਾਲੇ ਪਹਿਲਾਂ ਯੂਨੀਵਰਸਿਟੀ ਸਬਮਿਟ ਹੁੰਦੇ ਆ, ਉੱਦਾਂ ਹੀ USA ਵਾਸਤੇ ਤੁਹਾਡੇ ਸਾਰੀ ਡਾਕੂਮੈਂਟੇਸ਼ਨ ਯੂਨੀਵਰਸਿਟੀ ਦੇ ਵਿੱਚ ਜਾਂਦੀ ਹੈ, ਜਿਹਦੇ ਬਿਹਾਫ ਤੇ I-20 ਦੀ ਤੁਹਾਨੂੰ ਰਿਲੀਜ਼ ਆਉਂਦੀ ਹੈ। I-20 ਤੋਂ ਬਾਅਦ ਤੁਹਾਨੂੰ ਤੁਸੀਂ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਨੀ ਹੈ ਤੇ ਇੰਟਰਵਿਊ ਦਾ ਅਪਾਇੰਟਮੈਂਟ ਲੈਣੀ ਹੈ। ਜੋ ਇਸ ਟਾਈਮ ਕਰੰਟਲੀ ਵੇਟਿੰਗ ਟਾਈਮ ਚੱਲ ਰਿਹਾ ਜੋ ਨਿਊ ਦਿੱਲੀ ਦਾ ਹੈ ਉਹ ਹੈਗਾ ਅਰਾਊਂਡ 35 ਦਿਨ ਦਾ ਤੁਹਾਨੂੰ ਵੇਟਿੰਗ ਟਾਈਮ ਮਿਲ ਰਿਹਾ, 35 ਦਿਨ ਦੇ ਬਾਅਦ ਦਾ ਮਿਲ ਰਿਹਾ। ਠੀਕ ਹੈ। ਇਸ ਤੋਂ ਛੇਤੀ ਲੈਣਾ ਹੈ ਤਾਂ ਤੁਹਾਨੂੰ ਬੰਬੇ ਸਾਈਡ ਜਾ ਕੇ ਇੰਟਰਵਿਊ ਦੀ ਅਪਾਇੰਟਮੈਂਟ ਲੈਣੀ ਪੈ ਰਹੀ ਹੈ। ਬਟ ਇੰਨਾ ਕੋਈ ਨਹੀਂ ਹੈਗਾ ਕਿਉਂਕਿ ਜਨਵਰੀ ਇਨਟੇਕ ਹੈ, ਬੱਚੇ ਕੋਲ ਟਾਈਮ ਹੈਗਾ। ਜੇ ਬੱਚੇ ਹੁਣ ਵੀ ਅਪਲਾਈ ਕਰਦੇ ਆ ਤੇ ਅਕਤੂਬਰ ਮਿਡ ਤੱਕ ਉਹਨਾਂ ਦੀ I-20 ਆ ਜਾਂਦੀ ਹੈ, ਤਾਂ ਅਕਤੂਬਰ ਤੋਂ ਵੀ ਜੇ ਉਹਨਾਂ ਨੂੰ ਮਹੀਨੇ ਦੀ ਮਿਲਦੀ ਹੈ ਇਟ ਮੀਨਸ ਦੇ ਵਿਲ ਗੈਟ देयर ਵੀਜ਼ਾ ਬਾय ਨਵੰਬਰ ਮਹੀਨੇ ਤੱਕ ਉਹਨਾਂ ਨੂੰ ਵੀਜ਼ਾ ਮਿਲ ਜਾਣਾ। ਸੋ ਦੁਬਾਰਾ ਤੋਂ ਇੱਕੋ ਗੱਲ ਕਹਾਂਗਾ, ਜੋ ਵੀ ਬੱਚੇ US ਜਾਣਾ ਚਾਹੁੰਦੇ ਆ ਇਸ ਟਾਈਮ ਲੇਟ ਨਾ ਕਰੋ। मैम ने ਤੁਹਾਨੂੰ ਅੱਗੇ ਕਿਹਾ ਕਿ ਇਸ ਟਾਈਮ ਬਹੁਤ ਬੱਚੇ US ਦੇ ਵਾਸਤੇ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਕੱਲ ਨੂੰ ਕੈਨੇਡਾ ਵਾਂਗੂ ਰਸ਼ ਦੇ ਉਸ ਤੋਂ ਵਧੀਆ ਹੈਗਾ ਕਿ ਆਪਾਂ ਪਹਿਲਾਂ ਆਪਣੀ ਫਾਈਲ ਲਗਾ ਕੇ ਪ੍ਰੋਸੈਸਿੰਗ ਟਾਈਮ ਤੁਹਾਨੂੰ ਮੈਕਸਿਮਮ 3 ਮਹੀਨੇ ਦੱਸਦਾ ਵੀਜ਼ਾ ਲੈ ਕੇ ਆਪਣੇ ਕੋਲ ਰੱਖ ਲਈਏ ਤੇ ਜਨਵਰੀ ਇਨਟੇਕ ਦੇ ਵਾਸਤੇ ਆਪਾਂ ਫਲਾਈ ਕਰ ਸਕੀਏ। ਜੀ ਜੀ ਬਿਲਕੁਲ। ਸੋ ਅਗਰ ਤੁਹਾਡੇ ਮਨ ਵਿੱਚ ਵੀ ਕੋਈ ਸਵਾਲ ਹੈ US ਨੂੰ ਲੈ ਕੇ, ਜਿਵੇਂ ਆਪਾਂ ਹਲੇ ਖਾਸ ਤੌਰ ਤੇ ਗੱਲ ਕਰ ਰਹੇ ਹਾਂ, ਤਾਂ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ। ਕੋਈ ਵੀ ਸਵਾਲ ਹੋਵੇ ਜ਼ਰੂਰ ਕਲੀਅਰ ਕਰ ਸਕਦੇ ਹੋ। EIFS ਦੀ ਜੋ ਟੀਮ ਹੈ ਪੂਰੀ ਉਹ ਤੁਹਾਡੇ ਕਾਲ ਦੀ ਹੀ ਵੇਟ ਕਰ ਰਹੀ ਹੈ। ਤੁਸੀਂ ਕਾਲ ਕਰੋਗੇ, ਤੁਹਾਡੇ ਸਵਾਲ ਦਾ ਜਵਾਬ ਦਿੱਤਾ ਜਾਏਗਾ। ਨਾਲ ਦੀ ਨਾਲ ਹੋਰ ਆਪਸ਼ਨਸ ਵੀ ਤੁਹਾਡੇ ਡਾਕੂਮੈਂਟਸ ਦੇਖ ਕੇ ਦੱਸੀਆਂ ਜਾ ਸਕਦੀਆਂ ਨੇ ਜੇਕਰ ਤੁਸੀਂ ਵਿਜ਼ਿਟ ਕਰਦੇ ਹੋ। ਸੈਕਟਰ 40 ਚੰਡੀਗੜ੍ਹ ਵਿੱਚ ਇਹਨਾਂ ਦਾ ਆਫਿਸ ਹੈ। ਡਾਕੂਮੈਂਟਸ ਲੈ ਕੇ ਅਗਰ ਵਿਜ਼ਿਟ ਕਰਦੇ ਤਾਂ ਬਹੁਤ ਚੰਗੀ ਤਰੀਕੇ ਨਾਲ ਅਸੈਸਮੈਂਟ ਕਰਕੇ ਤੁਹਾਨੂੰ ਗਾਈਡ ਕੀਤਾ ਜਾ ਸਕਦਾ ਹੈ ਕਿ ਇਸ ਸਮੇਂ ਕਿਹੜੀ ਆਪਸ਼ਨ ਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ। ਅਗਰ ਆਪਾਂ ਹੁਣ ਗੱਲ ਕਰੀਏ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਟਾਈਮ ਘੱਟ ਹੈ, ਜਲਦੀ ਸਟੂਡੈਂਟਸ ਨੂੰ ਅਪਲਾਈ ਕਰ ਲੈਣਾ ਚਾਹੀਦਾ, ਤਾਂ ਜਿਨ੍ਹਾਂ ਦੇ ਰਿਫਿਊਜ਼ਲ ਕੇਸ ਨੇ ਜਾਂ ਜਿਨ੍ਹਾਂ ਦਾ ਗੈਪ ਹੈ, ਕਿੰਨਾ ਮੈਕਸਿਮਮ ਗੈਪ ਵਾਲੇ ਸਟੂਡੈਂਟਸ ਨੂੰ US ਲਈ ਅਪਲਾਈ ਕਰ ਸਕਦੇ ਆ? ਦੇਖੋ ਮੈਮ, ਜੋ +2 ਪਾਸ ਬੱਚਾ ਹੈ ਜੇ ਉਹਦਾ 3 ਸਾਲ ਤੱਕ ਦਾ ਕੋਈ ਗੈਪ ਹੈਗਾ ਤਾਂ ਕੋਈ ਇਸ਼ੂ ਨਹੀਂ ਹੈ। US ਦੀ ਯੂਨੀਵਰਸਿਟੀਜ਼ ਉਹਨਾਂ ਨੂੰ ਅਸੈਪਟ ਕਰਦੀਆਂ ਔਰ ਵੀਜ਼ਾ ਵੀ ਆਉਂਦਾ ਹੈ। ਇਦਾਂ ਹੀ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਪ ਟੂ 9 ਇਅਰਸ ਸਟੱਡੀ ਗੈਪ, ਧਿਆਨ ਨਾਲ ਸੁਣ ਲਿਓ, ਸਟੱਡੀ ਗੈਪ ਕਹਿ ਰਿਹਾ ਮੈਂ, ਇਟ ਮੀਨਸ ਤੁਹਾਡੇ ਕੋਲ ਕੋਈ ਨਾ ਕੋਈ ਵਰਕਿੰਗ ਐਕਸਪੀਰੀਅੰਸ ਹੋਣਾ ਚਾਹੀਦਾ, ਬਿਕੋਜ਼ ਇਹ ਤੁਹਾਡਾ ਪ੍ਰੋਪਰ ਰਿਜ਼ਿਊਮੇ ਜਾਣਾ ਹੈ।
ਜੇ ਤੁਸੀਂ ਕਹਿੰਦੇ ਹੋ ਕਿ ਮੈਂ 9 ਸਾਲ ਕੁਝ ਵੀ ਨਹੀਂ ਕੀਤਾ ਤੇ ਫਿਰ ਤੁਹਾਡਾ ਯੂਐਸ ਦੇ ਵੀਜ਼ਾ ਦੇ ਬਹੁਤ ਘੱਟ ਚਾਂਸ ਹੈ। I-20 ਹੀ ਤੁਹਾਨੂੰ ਕੋਈ ਯੂਨੀਵਰਸਿਟੀ ਨਹੀਂ ਦੇਗੀ। ਪਰ ਕਈ ਥਾਂ ਤੇ ਕਿਹਾ ਜਾਂਦਾ ਕਿ ਕੋਈ ਉਹ ਗੱਲ ਨਹੀਂ ਹੈ ਵੀ ਵੀਜ਼ਾ ਆ ਜਾਏਗਾ। ਦੇਖੋ ਹਰਜੋਤ ਜੀ, ਸਿੰਪਲ ਜੀ ਗੱਲ ਉਹਦੇ 'ਚ ਇਹ ਹੈਗੀ ਹੈ ਕਿ ਆਪਾਂ ਸ਼ੋਅ ਦੇ ਰਾਹੀਂ ਬੱਚਾ ਆਪਣੇ ਕੋਲ ਖਿੱਚਣਾ ਹੈ। ਹਾਂ ਮੈਂ ਤੇ ਤੁਹਾਡੇ ਨਾਲ ਇੱਥੇ ਬੈ ਕੇ ਕਹਿ ਦੇਵਾਂ ਕਿ 9 ਸਾਲ ਦਾ ਗੈਪ ਹੈ, ਕੋਈ ਇਸ਼ੂ ਨਹੀਂ ਹੈ। ਮੈਂ ਇਹ ਗੱਲ ਕਹੀ ਹੈ 9 ਸਾਲ ਦਾ ਸਟੱਡੀ ਗੈਪ ਕੋਈ ਇਸ਼ੂ ਨਹੀਂ ਹੈ। ਸਾਡੇ ਕੋਲ ਕੁਝ ਨਾ ਕੁਝ ਜਸਟੀਫਿਕੇਸ਼ਨ ਵੀ ਚਾਹੀਦੀ ਹੈ। ਠੀਕ ਹੈ। ਜੇ ਤੁਹਾਨੂੰ ਯੂਐਸ ਵਰਗੀ ਕੰਟਰੀ ਆਪਣੇ ਕੋਲ ਸਟੂਡੈਂਟ ਵੀਜ਼ਾ ਤੇ ਬੁਲਾ ਰਹੀ ਹੈ ਤਾਂ ਤੁਸੀਂ ਵੀ ਆਹ ਚੀਜ਼ ਸਮਝੋ, ਉਹਨੇ ਵੀ ਇਹ ਦੇਖਣਾ ਕਿ ਆ ਕੇ ਸਾਡੀ ਕੰਪਨੀ ਵਾਸਤੇ ਕੰਟਰੀ ਵਾਸਤੇ ਬੈਨੀਫਿਟ ਹੈਗਾ ਜਾਂ ਨਹੀਂ ਹੈਗਾ। ਤਾਂ ਇਟ ਮੀਨਸ ਜੇ ਤੁਸੀਂ 9 ਸਾਲ ਦਾ ਗੈਪ ਹੈਗਾ ਸਟੱਡੀ ਨਾਲੋਂ, ਤੁਹਾਡੇ ਕੋਲ ਜਸਟੀਫਿਕੇਸ਼ਨ ਹੈਗੀ, ਵਰਕਿੰਗ ਐਕਸਪੀਰੀਅੰਸ ਹੈਗਾ, 1.5 ਸਾਲ ਦੀ ਤੁਹਾਡੇ ਕੋਲ ਨਾ ਹੋਵੇ ਜਸਟੀਫਿਕੇਸ਼ਨ, ਤੁਸੀਂ ਫ੍ਰੀ ਬੈਠੇ ਹੋ, ਕੋਈ ਇਸ਼ੂ ਨਹੀਂ ਹੈਗਾ। ਲੇਕਿਨ ਆਪਾਂ ਜਦੋਂ 2 ਸਾਲ ਤੋਂ ਆਫਟਰ ਗ੍ਰੈਜੂਏਸ਼ਨ ਵੱਧ ਜਾਂਦੇ ਹਾਂ, ਜੇ ਸਾਡਾ ਗੈਪ ਹੈਗਾ ਸਾਨੂੰ ਕਵਰ ਅਪ ਕਰਕੇ ਸਾਨੂੰ ਦੀ ਜਸਟੀਫਿਕੇਸ਼ਨ ਦੇਣੀ ਹੀ ਪੈਂਦੀ ਹੈ ਜੇ ਵੀਜ਼ਾ ਲੈਣਾ। ਤੇ ਗੱਲ ਉਹੀ ਆ ਗਈ ਕਿ ਮੈਂ ਅਦਰ ਕੰਸਲਟੈਂਟ ਦੀ ਤਰ੍ਹਾਂ ਨਹੀਂ ਹੈਗਾ ਕਿ ਜੋ ਮੈਂ ਮੰਚ ਤੇ ਕੁਝ ਵੀ ਬੋਲ ਦਵਾਂ ਕਿ 9 ਸਾਲ ਦਾ ਗੈਪ ਹੈ, ਆਜੋ ਕੋਈ ਨਹੀਂ ਵੀਜ਼ਾ ਲੱਗ ਜੂ। 9 ਸਾਲ ਦਾ ਸਟੱਡੀ ਗੈਪ ਅਸੈਪਟੇਬਲ ਹੈ, ਸਾਨੂੰ ਜਸਟੀਫਿਕੇਸ਼ਨ ਦੇਣੀ ਹੀ ਪੈਣੀ ਹੈ। ਓਕੇ ਤੇ ਇਸ ਜਸਟੀਫਿਕੇਸ਼ਨ ਦੇ ਲਈ ਡਾਕੂਮੈਂਟੇਸ਼ਨ ਕਈ ਤਰ੍ਹਾਂ ਦੀ ਹੁੰਦੀ ਹੋਏਗੀ, ਤਾਂ ਉਸ ਦੀ ਤਿਆਰੀ ਲਈ ਵੀ ਤਾਂ ਟਾਈਮ ਲੱਗਦਾ ਹੀ ਹੋਏਗਾ। ਤੇ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਦਾ ਗੈਪ ਬਹੁਤ ਜ਼ਿਆਦਾ ਹੈ, ਤਾਂ ਉਹਨਾਂ ਨੂੰ ਕਿੰਨੀ ਕੁ ਜਲਦੀ ਹੋਰ ਤਿਆਰੀ ਖਿੱਚ ਲੈਣੀ ਚਾਹੀਦੀ ਹੈ, ਕਿਉਂਕਿ ਜਨਵਰੀ ਇਨਟੇਕ ਨੂੰ ਜ਼ਿਆਦਾ ਸਮਾਂ ਨਹੀਂ ਰਹਿ ਗਿਆ, ਤਾਂ ਸੀਟਸ ਵੀ ਜੋ ਹੈ ਅਵੇਲੇਬਿਲਿਟੀ ਵੀ ਫਿਰ ਟਾਈਮ ਦੇ ਨਾਲ ਘਟਦੀ ਜਾਂਦੀ ਹੈ। ਸੋ ਕਿਸ ਤਰ੍ਹਾਂ ਦੀ ਤਿਆਰੀ ਗੈਪ ਵਾਲੇ ਸਟੂਡੈਂਟਸ ਨੂੰ ਨਾਲ ਕਰਨੀ ਚਾਹੀਦੀ ਹੈ? ਮੈਮ ਦੇਖੋ, ਸਭ ਤੋਂ ਪਹਿਲਾਂ ਤੇ ਡਾਕੂਮੈਂਟੇਸ਼ਨ। ਇੱਕ ਜਦੋਂ ਆਪਾਂ ਯੂਐਸ ਦੇ ਵਾਸਤੇ ਅਪਲਾਈ ਕਰਨਾ, ਯੂਐਸ ਦੀ ਸਾਡੀ ਜੋ ਫੰਡਿੰਗ ਹੁੰਦੀ ਹੈ, ਮੇਜਰ ਫੰਡਿੰਗ ਹੈ, ਬਿਕੋਜ਼ ਤੁਸੀਂ ਜੋ ਟਿਊਸ਼ਨ ਫੀਸ ਹੈ ਉਹ ਆਫਟਰ ਵੀਜ਼ਾ ਹੀ ਜਾਂਦੀ ਹੈ ਯੂਐਸ ਦੇ ਵਿੱਚ। ਤੁਹਾਨੂੰ ਪਹਿਲਾਂ ਤਾਂ ਦੇਣ ਦੀ ਲੋੜ ਨਹੀਂ ਹੈ, ਕਿ ਜੋ ਇੱਕ ਬਹੁਤ ਰਾਹਤ ਵਾਲੀ ਗੱਲ ਹੈ। ਜਦੋਂ ਆਪਾਂ ਕੈਨੇਡਾ ਅਪਲਾਈ ਕਰਨਾ, ਸਾਨੂੰ ਪਤਾ ਜੀਆਈਸੀਓ ਟਿਊਸ਼ਨ ਫੀ ਮਿਲਾ ਕੇ 14-15 ਲੱਖ ਸਾਡਾ ਪਹਿਲਾਂ ਹੀ ਚੱਲ ਜਾਂਦਾ ਜੀ। ਇੱਧਰ ਤੁਹਾਡੇ ਫਾਈਨੈਂਸ਼ੀਅਲਸ ਦੇਖੇ ਜਾਂਦੇ। ਜਦੋਂ ਇੱਕ ਇਕੱਲੇ ਬੱਚੇ ਨੇ ਅਪਲਾਈ ਕਰਨਾ ਹੈ, 20 ਰੈਡੀ 22 ਲੱਖ ਦੇ ਤੁਹਾਨੂੰ ਫੰਡ ਸ਼ੋ ਕਰਨੇ ਪੈਂਦੇ ਆ। ਸੇਵਿੰਗ ਅਕਾਊਂਟ ਜਾਂ ਐਫਡੀ ਦਾ ਜੋ ਵੀ ਚੈੱਕ ਲਿਸਟ ਹੈਗੀ ਯੂਐਸ ਦੀ ਅਕੋਰਡਿੰਗਲੀ, ਉਹਦੇ ਅਕੋਰਡਿੰਗਲੀ। ਜੇਕਰ ਆਪਾਂ ਸਪਾਊਸ ਦੇ ਜਾਣਾ ਹੈ ਤੇ ਤੁਹਾਨੂੰ 32 ਲੱਖ ਦੇ ਫੰਡ ਸ਼ੋ ਕਰਨੇ ਪੈਂਦੇ ਆ। ਠੀਕ ਹੈ। ਇਦਾਂ ਹੀ ਜੇ ਤੁਹਾਡੇ ਨਾਲ ਕਿਡਸ ਹੈ ਤਾਂ ਤੁਹਾਡੇ ਉਨੇ ਹੀ ਜੋ ਸ਼ੋ ਫੰਡਸ ਹੈ, ਸ਼ੋ ਮਨੀ ਹੈਗੀ ਹੈ, ਜੋ ਤੁਹਾਨੂੰ ਆਪਣਾ ਲਿਵਿੰਗ ਐਕਸਪੈਂਸ ਔਰ ਟਿਊਸ਼ਨ ਫੀਸ ਐਕਸਪੈਂਸ ਸ਼ੋ ਕਰਨੇ ਪੈਂਦੇ ਆ ਆਪਣੇ ਸੇਵਿੰਗ ਦੇ ਵਿੱਚ, ਉਹ ਵੱਧ ਜਾਂਦੇ ਆ। ਸ਼ੋ ਫੰਡ ਤੁਸੀਂ ਸਿਰਫ ਸ਼ੋ ਕਰਨੇ ਦਾ ਮਤਲਬ ਨਹੀਂ ਹੈ ਕਿ ਤੁਸੀਂ ਉਧਰ ਕਿੱਥੇ ਭੇਜਣੇ ਆ। ਯੂਐਸ ਦਾ ਦੁਆਰਾ ਮੈਂ ਤੁਹਾਨੂੰ ਦੱਸ ਦਿੰਦਾ, ਜਿੰਨੀ ਵੀ ਟਿਊਸ਼ਨ ਫੀ ਹੁੰਦੀ ਹੈ, ਔਰ ਯੂਐਸ ਦੀ ਇੱਕ ਹੋਰ ਖਾਸੀਅਤ ਕੀ ਹੈ ਜੀ ਕਿ ਜਦੋਂ ਸਾਡਾ ਵੀਜ਼ਾ ਆ ਜਾਂਦਾ, ਇਟ ਡਸਨਟ ਮੀਨ ਕਿ ਆਪਾਂ 1 ਸਾਲ ਦੀ ਫੀਸ ਪੇ ਕਰਕੇ ਫਲਾਈ ਕਰਨਾ ਹੈ। ਯੂਐਸ ਤੁਸੀਂ 1/3 ਪੇ ਕਰਕੇ ਵੀ ਫਲਾਈ ਕਰ ਸਕਦੇ ਹੋ, ਇੱਕ ਸਮੈਸਟਰ ਦੀ ਵੀ ਕਰ ਸਕਦੇ ਹੋ, ਪੂਰੇ ਸਾਲ ਦੀ ਕਰਨੀ, ਪੂਰੇ ਸਾਲ ਦੀ ਵੀ ਕਰ ਦਿਓ। ਤੇ ਜੇ ਮੈਂ ਕਹਾਂ ਤਾਂ ਯੂਐਸ ਇੱਕ ਬਹੁਤ ਚੰਗੀ ਡੈਸਟੀਨੇਸ਼ਨ ਹੈਗੀ ਹੈ ਜੋ ਸਟੂਡੈਂਟਸ ਦੇ ਪਾਕਟ ਔਰ ਦੇ ਪੇਰੈਂਟਸ ਦੇ ਪਾਕਟ ਫ੍ਰੈਂਡਲੀ ਰਹਿੰਦੀ ਹੈ। ਬਿਲਕੁਲ। ਇਹਦੇ ਵਿੱਚ ਨਾ ਤੁਹਾਨੂੰ ਕੋਈ ਜੀਆਈਸੀ ਭਰਨ ਦੀ ਲੋੜ ਹੈਗੀ ਹੈ, ਨਾ ਕੁਝ ਭਰਨ ਦੀ ਲੋੜ ਹੈਗੀ ਹੈ। ਬਸ ਆਪਣੀ ਜੋ ਫਾਈਨੈਂਸ਼ੀਅਲਸ ਆ ਉਹ ਸਟਰੋਂਗ ਹੋਣੇ ਚਾਹੀਦੇ ਆ। ਔਰ ਇਹੋ ਆਪਾਂ ਅੱਗੇ ਹਾਈ ਕਮਿਸ਼ਨ ਜਦੋਂ ਇੰਟਰਵਿਊ ਦੇਣ ਜਾਂਦੇ ਆ, ਸਾਡੇ ਤੋਂ ਜ਼ਰੂਰ ਕੁਐਸਚਨਸ ਇਹੋ ਪੁੱਛਿਆ ਜਾਂਦਾ ਹੈ ਕਿ ਹੂ ਇਜ਼ ਸਪਾਂਸਰਿੰਗ ਯੂ, ਤੁਹਾਡਾ ਫਾਈਨੈਂਸ਼ੀਅਲਸ ਕੌਣ ਕਰ ਰਿਹਾ ਤੁਹਾਨੂੰ ਸਪਾਂਸਰ, ਉਹ ਤੁਹਾਡੇ ਕੋਲ ਆਨਸਰ ਹੋਣੇ ਚਾਹੀਦੇ। ਤੇ ਯੂਐਸ ਦੇ ਨਾਲ ਜਿਵੇਂ ਸਪਾਊਸ ਦੀ ਮੈਂ ਤੁਹਾਨੂੰ ਗੱਲ ਲੈ ਲਈ ਹੈ, ਕਿਥੇ ਮੈਨੂੰ ਆ ਵੀ ਆ ਰਿਹਾ ਸੁਣਨ ਨੂੰ ਕਿ ਕਾਫੀ ਬੰਦੇ ਕਹਿ ਰਹੇ ਵੀ ਸਪਾਊਸ ਤਾਂ ਪੜ੍ਹਿਆ ਲਿਖਿਆ ਹੋਣਾ ਚਾਹੀਦਾ। ਜੀ ਇਦਾਂ ਦੀ ਕੋਈ ਨਹੀਂ ਹੈਗੀ ਹੈ, ਮਿਨੀਮਮ ਕੁਆਲੀਫਿਕੇਸ਼ਨ ਕੋਈ ਦਾ ਨਹੀਂ ਰੱਖੀ ਹੈ। ਲੇਕਿਨ ਯੈਸ, ਤੁਸੀਂ ਸਪਾਊਸ ਨੂੰ ਯਾਰ ਯੂਐਸ ਲੈ ਕੇ ਜਾਣਾ ਤੇ +2 ਪਾਸ ਤਾਂ ਹੋਵੇ, ਆ ਕੇ ਉੱਧਰ ਜਾ ਕੇ ਕੁਝ ਬੋਲ ਤਾਂ ਲਵੇ, ਬਿਕੋਜ਼ ਉਹਨੇ ਕੁਝ ਨਾ ਕੁਝ ਕਰਨਾ ਹੀ ਹੈ। ਦੂਜੀ ਗੱਲ ਇਹ ਆ ਗਈ ਹੈ ਕਿ ਕਾਫੀ ਕੰਸਲਟੈਂਟ ਆ ਵੀ ਕਹਿ ਰਿਹਾ ਕਿ ਆਪਾਂ ਇੰਟਰਵਿਊ ਹੈ ਤੁਹਾਡਾ ਸਪਾਊਸ ਦਾ 3 ਮਹੀਨੇ ਬਾਅਦ ਕਰਾਉਂਗੇ ਤਾਂ ਬਾਅਦ ਚੋਂ ਵੀਜ਼ਾ ਲਗਾਉਂਗੇ। ਬਿਲਕੁਲ ਗਲਤ ਪ੍ਰੋਸੈਸ। ਤੁਹਾਨੂੰ ਮੈਂ ਸਾਫ਼ ਦੱਸ ਦਿੰਦਾ, ਤੁਸੀਂ EIFS ਰਾਹੀਂ ਅਪਲਾਈ ਕਰਦੇ ਹੋ। ਆਪਾਂ ਵੈਰੀ ਫਰਸਟ ਡੇ ਜਿਸ ਦਿਨ ਮੇਨ ਐਪਲੀਕੈਂਟ ਦੀ ਫਾਈਲ ਹੋਏਗੀ, ਸਪਾਊਸ ਵੀ ਉਸ ਦਿਨ ਹੀ ਆਪਣਾ ਫਲਾਈ ਕਰੇਗਾ। ਇੰਟਰਵਿਊ ਦੋਨਾਂ ਦਾ ਸੇਮ ਟਾਈਮ ਹੋਏਗਾ। ਉਹਦੇ ਪਿੱਛੇ ਇੱਕ ਛੋਟੀ ਜੀ ਵਜ੍ਹਾ ਹੈਗੀ ਹੈ, ਜਦੋਂ ਸਪਾਊਸ ਔਰ ਮੇਨ ਐਪਲੀਕੈਂਟ ਇਕੱਠੇ ਇੰਟਰਵਿਊ ਦੇਣ ਜਾਣਗੇ ਤਾਂ ਮੇਨ ਐਪਲੀਕੈਂਟ ਤੋਂ ਕੁਐਸਚਨ ਹੋਣੇ ਆ, ਸਪਾਊਸ ਤੋਂ ਸਿਰਫ ਇੱਕ ਮੈਰਿਜ ਦੀ ਅਥੈਂਟਿਸਿਟੀ ਕਿ ਤੁਹਾਡੀ ਮੈਰਿਜ ਜੈਨੂਇਨ ਹੈਗੀ ਕਿ ਨਹੀਂ ਹੈਗੀ ਹੈ, ਜਾਂ ਫਾਈਨੈਂਸ਼ੀਅਲੀ ਕੌਣ ਸਪੋਰਟ ਕਰੇ। ਇਦਾਂ ਦੇ 2-3 ਕੁਐਸਚਨ ਹੀ ਸਪਾਊਸ ਤੋਂ ਪੁੱਛੇ ਜਾਣੇ। ਜੇਕਰ ਆਪਾਂ ਮੇਨ ਐਪਲੀਕੈਂਟ ਔਰ ਸਪਾਊਸ ਦੇ ਅੱਡ-ਅੱਡ ਇੰਟਰਵਿਊ ਕਰਵਾ ਦਿੰਦੇ ਆ, ਐਪਲੀਕੈਂਟ ਤੋਂ ਤਾਂ ਜੋ ਕੁਐਸਚਨ ਉਹਨਾਂ ਨੇ ਪੁੱਛਣੇ ਹੋ ਸਕਦਾ 2 ਮਿੰਟ ਜਾਂ 5 ਮਿੰਟ ਦਾ ਜੋ ਇੰਟਰਵਿਊ ਲੈਣਗੇ। ਜੇ 3 ਮਹੀਨੇ ਬਾਅਦ ਸਪਾਊਸ ਦਾ ਅਲੱਗ ਤੋਂ ਇੰਟਰਵਿਊ ਕਰਾਇਆ, ਸਪਾਊਸ ਨੂੰ ਕੱਲੇ ਇੰਟਰਵਿਊ ਚੇਲਣਾ, ਆਨਸਰਸ ਕਰਨਾ ਕਿ ਮੈਂ ਹੁਣ ਕਿਉਂ ਜਾ ਰਿਹਾ ਉਹਦੇ ਕੋਲ, ਉਹ ਤਾਂ ਸਟੂਡੈਂਟ ਵੀਜ਼ਾ ਤੇ ਮੈਂ ਕੀ ਕਰਨ ਜਾ ਰਿਹਾ। ਬਿਲਕੁਲ ਉਹ ਉਹਨਾਂ ਨੂੰ ਉੱਥੇ ਥੋੜਾ ਔਖਾ ਪੈ ਸਕਦਾ ਹੈ। EIFS ਜੇ ਰਾਹੀਂ ਤੁਸੀਂ ਅਪਲਾਈ ਕਰਦੇ ਹੋ, ਜੇਕਰ ਤੁਹਾਡਾ ਕੋਈ ਕਿਡ ਵੀ ਹੈਗਾ, ਤੁਸੀਂ ਫੁੱਲ ਫੈਮਿਲੀ ਵੈਰੀ ਫਰਸਟ ਡੇ ਜਿਸ ਦਿਨ ਮੇਨ ਐਪਲੀਕੈਂਟ ਸਟੂਡੈਂਟ ਫਲਾਈ ਕਰੇਗਾ, ਤੁਸੀਂ ਵੀ ਨਾਲ ਹੀ ਫਲਾਈ ਕਰੋਗੇ ਜੀ, ਤੁਹਾਡਾ ਵੀਜ਼ਾ ਵੀ ਨਾਲ ਹੀ ਆਏਗਾ। ਜੀ ਬਿਲਕੁਲ ਜੀ। ਅਗਰ ਆਪਾਂ ਗੱਲ ਕਰੀਏ USA ਦੀ, ਤਾਂ ਮਾਰਕੀਟ ਦੇ ਵਿੱਚ ਅਗਰ ਅਸੀਂ ਗੱਲ ਕਰਦੇ ਹਾਂ ਪੈਕੇਜ ਸਿਸਟਮ, ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਜੋ ਪੇਰੈਂਟਸ ਨੇ ਉਹ ਵੀ ਖੁਦ ਨੂੰ ਸੇਫ ਮੰਨਦੇ ਨੇ ਪੈਕੇਜ ਸਿਸਟਮ ਵਿੱਚ, ਪਰ 20-22 ਲੱਖ ਦਾ ਪੈਕੇਜ ਆ ਜਾਂਦਾ ਜਦੋਂ USA ਦੀ ਗੱਲ ਹੁੰਦੀ ਹੈ। ਤਾਂ EIFS ਵੱਲੋਂ ਕਿੰਨੀ ਕੁ ਰਿਆਇਤ ਸਟੂਡੈਂਟਸ ਨੂੰ, ਜਾਂ ਕਿੰਨਾ ਕੁ ਸਟੂਡੈਂਟਸ ਦੇ ਭਲੇ ਦਾ ਸੋਚਿਆ ਜਾਂਦਾ, ਕਿਸ ਤਰ੍ਹਾਂ ਦਾ ਤੁਹਾਡਾ ਪੈਕੇਜ ਹੈ, ਤਾਂ ਕਿ ਸਟੂਡੈਂਟਸ ਜਿੰਨੇ ਵੀ ਇਹ ਪ੍ਰੋਗਰਾਮ ਵੇਖ ਰਹੇ ਨੇ, ਉਹਨਾਂ ਦੇ ਪੇਰੈਂਟਸ ਇਹ ਸ਼ੋਅ ਵੇਖ ਰਹੇ ਨੇ, ਉਹ ਵੀ ਜਾਣ ਸਕਣ ਕਿ EIFS ਕਿਸ ਤਰ੍ਹਾਂ ਦੀ ਫੈਸਿਲਿਟੀ ਉਹਨਾਂ ਨੂੰ ਦੇ ਰਿਹਾ। ਦੇਖੋ ਹਰਜੋਤ ਜੀ, ਪੈਕੇਜ ਦੀ ਗੱਲ ਆ ਗਈ, ਮੈਂ ਪਹਿਲਾਂ ਹੀ ਦੱਸਿਆ ਕਿ ਪੈਕੇਜ ਸਿਸਟਮ ਸਾਡੇ ਵਿੱਚ ਨਹੀਂ ਹੁੰਦਾ। ਆਪਾਂ EIFS ਪੈਕੇਜ
ਆਪਾਂ ਬੱਚੇ ਨੂੰ ਸਟੂਡੈਂਟ ਵੀਜ਼ਾ ਤੇ ਭੇਜ ਰਹੇ ਹਾਂ, ਕਿਤੇ ਘੁੰਮਣ ਫਿਰਨ ਥੋੜੇ ਭੇਜ ਰਹੇ ਹਾਂ ਕਿ ਹੋਲੀਡੇ ਪੈਕੇਜ ਦੇਤਾ। ਸਿੰਪਲ ਜੀ ਗੱਲ ਹੈਗੀ ਹੈ ਜੀ। ਸ਼ਾਇਦ ਕਈਆਂ ਨੂੰ ਬੁਰਾ ਵੀ ਲੱਗੇ ਪੈਕੇਜ ਜਿੱਦਾਂ ਮੈਂ ਕਹਿ ਰਿਹਾ, ਬਟ ਇਹ ਸੱਚਾਈ ਹੈ ਕਿ ਬੱਚੇ ਦਾ ਭਵਿੱਖ ਬਣਾਉਣ ਨੂੰ ਭੇਜ ਰਹੇ ਹਾਂ। ਜੀ 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 ਬਿਲਕੁਲ। ਬੱਚੇ ਨੇ ਜਾ ਕੇ ਉੱਧਰ ਸਟੱਡੀ ਕਰਨੀ ਹੈ, ਕੰਮ ਕਰਨਾ ਹੈ, ਕੱਲ ਨੂੰ ਕਾਰਡ ਲੈਣ ਦੀ ਵੀ ਸੋਚਣੀ ਹੈ ਕਿ ਮੈਂ ਪੱਕਾ ਹੋ ਜਾਵਾਂ, ਭਲੇ ਕੈਨੇਡਾ ਹੋਵੇ ਜਾਂ ਯੂਰਪ ਹੋਵੇ ਜਾਂ US ਹੋਵੇ, UK ਹੋਵੇ, ਪੈਕੇਜ ਵਰਡ ਤੇ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਹੁਣ ਸੱਚਾਈ ਜੋ ਹੈਗੇ 20 ਤੋਂ 22 ਲੱਖ ਦਾ ਜੋ US ਦਾ ਪੈਕੇਜ ਵਿਕ ਰਿਹਾ, ਜੀ ਜੀ ਜੀ, ਕਹਿ ਰਹੇ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਕਿੰਨਾ ਜੀ 22 ਲੱਖ। ਜੇ ਮੈਂ ਇੱਕ ਜੈਨੂਇਨ ਐਕਸਪੈਂਸ ਕਹਾਂ, ਜੇ ਤੁਸੀਂ ਇੱਕ ਸਮੈਸਟਰ ਦੀ ਫੀਸ ਦੇ ਕੇ ਜਾਂਦੇ ਹੋ ਤਾਂ ਤੁਹਾਡਾ ਜੈਨੂਇਨ ਖਰਚਾ ਜੋ ਹੈਗਾ ਉਹ 8 ਤੋਂ 9 ਲੱਖ ਹੈਗਾ। ਜੀ ਜੀ, ਜੇ ਤੁਸੀਂ ਚੰਗੀ ਯੂਨੀਵਰਸਿਟੀ ਇਨ ਸਿਟੀ ਕੈਲੀਫੋਰਨੀਆ ਜਗ੍ਹਾ ਦੇ ਵਿੱਚ ਵੀ ਤੁਸੀਂ ਲੈਂਦੇ ਹੋ, ਤੁਹਾਡਾ 1 ਸਾਲ ਦਾ ਖਰਚਾ 9 ਲੱਖ ਹੈਗਾ। ਹੁਣ ਪੇਰੈਂਟਸ ਔਰ ਬੱਚੇ ਆਪੇ ਅੰਦਾਜ਼ਾ ਲਗਾ ਲੈਣ ਕਿ ਉਹ ਫਿਰ 22 ਲੱਖ ਕਿਸ ਚੀਜ਼ ਦਾ ਦੇ ਰਿਹਾ। ਜੇਕਰ 1% ਤੁਹਾਡਾ ਵੀਜ਼ਾ ਡਿਨਾਈ ਹੁੰਦਾ ਹੈ US ਦਾ, ਤੁਹਾਡਾ ਕਿੰਨਾ ਕਰ ਨੁਕਸਾਨ ਹੈਗਾ? ਮੈਕਸਿਮਮ ਆਫ 30-40 ਹਜ਼ਾਰ ਰੁਪਏ ਦਾ ਨੁਕਸਾਨ ਹੈਗਾ। ਬਿਲਕੁਲ ਬਿਲਕੁਲ। 40,000 ਬਚਾਉਣ ਦੇ ਪਿੱਛੇ ਆਪਾਂ 9 ਲੱਖ ਦੇਣ ਨੂੰ ਰੈਡੀ ਹੈਗੇ, ਐਕਸਟਰਾ 9 ਲੱਖ ਅਸੀਂ ਲੈਣੇ। ਬਿਲਕੁਲ ਬਿਲਕੁਲ। ਮੈਂ ਕਦੇ ਵੀ ਕਿਸੇ ਬੱਚੇ ਨੂੰ ਆ ਨਹੀਂ ਕਹਿਣਾ ਕਿ ਮੇਰੇ ਕੋਲ ਬਹੁਤ ਬੱਚੇ ਆਉਂਦੇ ਕਿ ਸਰ ਪੈਕੇਜ ਕਰ ਲਓ। ਪ੍ਰੋਫਾਈਲਸ ਦਾ ਵੀ ਸਾਨੂੰ ਪਤਾ ਹੁੰਦਾ, ਈਵਨ ਕਿ ਵਿਦ ਆਇਲਸ ਵੀ ਸਾਡੇ ਕੋਲ ਬੱਚੇ ਆ ਰਹੇ ਇਸ ਟਾਈਮ US ਦਾ ਅਪਲਾਈ ਕਰਨਾ, ਸਰ ਤੁਸੀਂ ਪੈਕੇਜ ਕਰ ਲਓ ਸਾਡੇ ਨਾਲ। ਫਿਰ ਬੱਚੇ ਨੂੰ ਜਦੋਂ ਮੈਂ ਕਹਿੰਦਾ ਕਿ ਦੇਖ ਜੇ ਤੂੰ ਪੈਕੇਜ ਕਰਨਾ ਤਾਂ ਮਾਰਕੀਟ 'ਚ ਇੰਨਾ ਚੱਲ ਰਿਹਾ, 22 ਲੱਖ ਚੱਲ ਰਿਹਾ, 20 ਲੱਖ ਤੂੰ ਦੇ ਦੀ, ਬਟ ਤੇਰਾ ਜੈਨੂਇਨ ਖਰਚਾ 9 ਲੱਖ ਦਾ ਹੈਗਾ। ਫਿਰ ਬੱਚਾ ਮੈਨੂੰ ਸਟੂਡੈਂਟ, ਐਪਲੀਕੈਂਟ, ਈਵਨ ਉਹਦੇ ਪੇਰੈਂਟਸ ਵੀ ਇਹ ਕਹਿੰਦੇ ਆ, ਅੱਛਾ ਸਰ 9 ਲੱਖ ਦਾ ਖਰਚਾ, ਫਿਰ ਇੱਕ ਕੰਮ ਕਰੋ ਤੁਸੀਂ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਕਰ ਲਓ 10 ਲੱਖ ਰੁਪਏ। ਫਿਰ ਮੈਂ ਉਹਨਾਂ ਨੂੰ ਹੱਥ ਜੋੜ ਕੇ ਇੱਕੋ ਗੱਲ ਕਰਨਾ, ਜੋ ਸਾਡਾ ਹੈਗਾ ਆਪਣਾ ਪ੍ਰੋਸੈਸਿੰਗ ਦਾ ਤਰੀਕਾ ਹੈਗਾ, ਪੈਕੇਜ ਮੇਰੇ ਕੋਲ ਨਹੀਂ ਹੈਗਾ। ਸਟੈਪ ਬਾਈ ਸਟੈਪ ਪੇਮੈਂਟ ਦੇਣੀ ਹੈ। ਟਿਊਸ਼ਨ ਫੀਸ ਤੁਹਾਡੀ ਆਫਟਰ ਵੀਜ਼ਾ ਹੈ, ਇਨੀਸ਼ੀਅਲੀ ਤੁਸੀਂ ਸਿਰਫ ਗਵਰਨਮੈਂਟ ਦੇ ਕੁਝ ਐਕਸਪੈਂਸਿਸ ਦੇਣੇ ਆ ਜੀ, ਔਰ ਤੁਹਾਡਾ ਕੋਈ ਲਾਸ ਨਹੀਂ ਹੈਗਾ। US ਦੀ ਜੇਕਰ ਤੁਸੀਂ EIFS ਰਾਹੀਂ ਅਪਲਾਈ ਕਰਦੇ ਹੋ, ਇੰਟਰਵਿਊ ਦੀ ਪ੍ਰੈਪਰੇਸ਼ਨ ਸਾਡੇ ਅਕੋਰਡਿੰਗਲੀ ਕਰਦੇ ਹੋ, ਮੇਰੇ ਕੋਲੋਂ ਪਰਸਨਲੀ ਕਰਦੇ ਹੋ, ਯੂ ਵਿਲ ਗੈਟ ਯੋਰ ਵੀਜ਼ਾ। ਤੁਹਾਨੂੰ ਵੀਜ਼ਾ ਮਿਲੇਗਾ ਹੀ ਮਿਲੇਗਾ। ਜੋ ਮੈਂ 40-45 ਹਜ਼ਾਰ ਨੁਕਸਾਨ ਦੀ ਗੱਲ ਕੀਤੀ ਹੈ, ਤੇ ਇਸ ਮੰਚ ਤੇ ਬਹਿ ਕੇ ਮੈਂ ਇਹ ਵੀ ਗੱਲ ਤੁਹਾਨੂੰ ਕਹਿਣਾ, ਉਹ ਨੁਕਸਾਨ ਮੈਂ ਤੁਹਾਡਾ ਨਹੀਂ ਹੋਣ ਦਿੰਦਾ। ਤੁਹਾਨੂੰ ਵੀਜ਼ਾ ਨਾਲ ਮਤਲਬ ਹੈ, ਘੱਟ ਖਰਚੇ ਦੇ ਵਿੱਚ ਇੱਕ ਸਮੈਸਟਰ ਦੀ ਫੀਸ 9 ਲੱਖ ਰੁਪਏ, ਇਹਦੇ ਵਿੱਚ ਤੁਹਾਨੂੰ US ਦਾ ਵੀਜ਼ਾ ਮਿਲੇਗਾ। ਜੀ 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 ਬਿਲਕੁਲ। ਸੋ ਬਿਲਕੁਲ ਇਹ ਗੱਲਾਂ ਧਿਆਨ ਨਾਲ ਸੁਣਨ ਵਾਲੀਆਂ ਔਰ ਸਮਝਣ ਵਾਲੀਆਂ ਨੇ। ਜਿੰਨੇ ਵੀ ਸਟੂਡੈਂਟਸ ਹੁਣ US ਲਈ ਅਪਲਾਈ ਕਰਨਾ ਚਾਹੁੰਦੇ ਨੇ, ਉਹਨਾਂ ਦੇ ਪੇਰੈਂਟਸ ਵੀ ਖਾਸ ਤੌਰ ਤੇ, ਕਿਉਂਕਿ ਡਿਸੀਜਨ ਮੇਕਰ ਪੇਰੈਂਟਸ ਹੁੰਦੇ ਨੇ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਹੀ ਕਿਤੇ ਜਦੋਂ ਤੁਸੀਂ ਕਿਸੇ ਵੀ ਕੰਸਲਟੈਂਟ ਕੋਲ ਜਾਂਦੇ ਹੋ, ਇਹ ਸਵਾਲ ਜ਼ਰੂਰ ਕਰ ਲਿਆ ਕਰੋ, ਪੁੱਛ ਲਿਆ ਕਰੋ, ਤਾਂ ਕਿ ਇਹ ਚੀਜ਼ਾਂ ਕਲੀਅਰ ਹੋ ਸਕਣ। ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਵੀ ਕਾਲ ਕਰ ਸਕਦੇ ਹੋ, ਕਿਉਂਕਿ ਕਈ ਵਾਰੀ ਪੇਰੈਂਟਸ ਅਗਰ ਸ਼ੋ ਦੇਖ ਰਹੇ ਹੁੰਦੇ ਆ, ਉਹਨਾਂ ਨੂੰ ਹੁੰਦਾ ਕਿ ਅਸੀਂ ਇੱਕ ਵਾਰੀ ਫੋਨ ਤੇ ਗੱਲ ਕਰਕੇ ਖੁਦ ਸਮਝ ਲਈਏ, ਤਾਂ ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਵਿਜ਼ਿਟ ਕਰ ਸਕਦੇ ਹੋ। ਮੈਂ ਫਿਰ ਤੋਂ ਦੱਸ ਦਿੰਦੀ ਹਾਂ, ਸੈਕਟਰ 40 ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਆਫਿਸ ਹੈ। ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋਗੇ ਤਾਂ ਹੋਰ ਵੀ ਅੱਛੀ ਚੀਜ਼ਾਂ, ਬੈਨੀਫਿਟਸ ਸਾਨੂੰ ਸਮਝਾਏ ਜਾ ਸਕਣਗੇ। ਅਗਰ ਆਪਾਂ ਕੁਝ ਸਕਾਲਰਸ਼ਿਪਸ ਦੀ ਗੱਲ ਕਰੀਏ, ਮੈਂ ਪਿੱਛੇ ਸੁਣਿਆ ਕਿ USN ਦੇ ਵਿੱਚ ਅਗਰ ਹੁਣ ਸਟੂਡੈਂਟਸ ਕੁਝ ਅਪਲਾਈ ਕਰ ਰਹੇ ਨੇ ਤਾਂ ਕੁਝ ਸਕਾਲਰਸ਼ਿਪਸ ਵੀ ਅਵੇਲੇਬਲ ਹੈ। ਕਿ ਕੁਝ ਖਾਸ ਕੈਟਾਗਰੀਜ਼ ਲਈ ਸਕਾਲਰਸ਼ਿਪਸ ਚੱਲ ਰਹੀਆਂ ਨੇ ਕਿ ਹੁਣ ਉਵੇਂ ਨਹੀਂ ਚੱਲ ਰਿਹਾ, ਸਕਾਲਰਸ਼ਿਪਸ ਨਹੀਂ ਹੈ? ਬਿਲਕੁਲ ਹਰਜੋਤ ਜੀ, ਇਸ ਟਾਈਮ ਸਕਾਲਰਸ਼ਿਪਸ ਅਵੇਲੇਬਲ ਹੈਗੀਆਂ, ਅਪ ਟੂ $4,000 to $5,000 ਸਕਾਲਰਸ਼ਿਪ ਹੈ ਇਹਦੇ ਵਿੱਚ। ਠੀਕ ਹੈ ਜੀ। ਕ੍ਰਾਈਟੇਰੀਆ ਆ ਰਹਿੰਦਾ ਇਹਦੇ ਵਿੱਚ ਕਿ ਸਕਾਲਰਸ਼ਿਪ ਤੁਹਾਨੂੰ ਮਿਲਦਾ ਆਈਦਰ ਤੁਸੀਂ, ਤੁਹਾਡਾ ਜੋ ਮਾਰਕਸ ਹੈਗੇ 80% ਅਬਵ ਹੈ ਔਰ ਤੁਸੀਂ ਵਿਦ ਆਇਲਸ ਹੋ। ਓਕੇ, ਠੀਕ ਹੈ। ਸਭ ਤੋਂ ਵੱਡੀ ਗੱਲ ਹੈ ਤੁਸੀਂ ਵਿਦ ਆਇਲਸ ਹੋ ਤਾਂ ਤੁਹਾਨੂੰ ਸਕਾਲਰਸ਼ਿਪ ਮਿਲ ਰਹੀ ਹੈ। ਠੀਕ ਹੈ। ਇਹ ਹੈਗੀ ਜੋ ਜੈਨੂਇਨ ਯੂਨੀਵਰਸਿਟੀ ਤੁਹਾਨੂੰ ਔਰ ਖਾਸ ਕਰ ਮਾਸਟਰਸ ਦੇ ਵਾਸਤੇ ਹੀ ਸਕਾਲਰਸ਼ਿਪਸ ਮਿਲ ਰਹੀਆਂ। ਜੇ ਆਪਾਂ ਬੈਚਲਰਸ ਦੀ ਗੱਲ ਕਰੀਏ, ਤੁਹਾਨੂੰ ਸਕਾਲਰਸ਼ਿਪ ਨਹੀਂ ਮਿਲੇਗੀ। ਇਹ ਹੈਗੇ ਜਾਂ ਚੰਗੀ ਯੂਨੀਵਰਸਿਟੀਜ਼, ਪ੍ਰਾਈਵੇਟ ਔਰ ਪਬਲਿਕ ਦੋਨੋਂ ਮਿਲਾ ਕੇ ਇਹ ਤੁਹਾਨੂੰ ਸਕਾਲਰਸ਼ਿਪ ਦੇ ਰਹੀਆਂ। ਠੀਕ ਹੈ। ਲੇਕਿਨ EIFS ਤੁਹਾਡਾ ਜਿੱਥੇ ਵੀ ਅਪਲਾਈ ਕਰਦਾ ਹੈ, ਤੁਹਾਨੂੰ ਜਿੱਥੇ ਵੀ ਤੁਹਾਡੀ ਯੂਨੀਵਰਸਿਟੀ ਦੇ ਵਿੱਚੋਂ I-20 ਜਾਂ ਅੱਗੇ ਸਟੂਡੈਂਟ ਵੀਜ਼ਾ ਵਾਸਤੇ ਅਪਲਾਈ ਕਰਨਾ, ਹਮੇਸ਼ਾ ਆਪਾਂ ਇਹ ਦੇਖਣਾ ਕਿ ਬੱਚੇ ਜਾਂ ਦੇ ਪੇਰੈਂਟਸ ਦੀ ਪਾਕਟ ਤੇ ਜ਼ਿਆਦਾ ਬੋਝ ਨਾ ਪਵੇ। ਬਿਲਕੁਲ ਬਿਲਕੁਲ। 1 ਸਾਲ ਦੀ ਆਪਾਂ ਫੀਸ ਨਹੀਂ ਭਰਨੀ ਆ, ਤਾਂ ਮੈਂ ਤੁਹਾਨੂੰ ਕਹਿਤਾ ਤੁਸੀਂ 6 ਮਹੀਨੇ ਫੀਸ ਦੇ ਕੇ ਜਾ ਸਕਦੇ ਹੋ। ਅਗਲੀ 1.5 ਸਾਲ ਦੀ ਬੱਚੇ ਨੇ ਕਮਾ ਕੇ ਵੀ ਤੇ ਭਰਨੀ ਆ ਉਧਰ ਜਾ ਕੇ। ਆਬਵੀਅਸਲੀ ਨਾ ਫਿਰ ਬੱਚੇ ਤੇ ਵੀ ਜ਼ਿਆਦਾ ਬੋਝ ਨਾ ਪਵੇ, ਤਾਂ ਆਪਾਂ ਨੂੰ ਪਹਿਲਾਂ ਇੱਕ ਦਿਨ ਹੋਣਾ ਜੋ ਪਾਕਟ ਫ੍ਰੈਂਡਲੀ ਹੋਵੇ। ਦੂਜੀ ਸਕਾਲਰਸ਼ਿਪ ਦਾ ਮੈਂ ਦੱਸ ਦਿੰਦਾ, ਕੁਝ ਪ੍ਰਾਈਵੇਟ ਕਾਲਜਸ ਸਾਡੇ ਭੈਣ ਭਰਾਵਾਂ ਨੇ ਇੰਟਰੋਡਿਊਸ ਕੀਤੇ ਆ ਮਾਰਕੀਟ ਦੇ ਵਿੱਚ, ਜਿੱਥੇ ਫੀਸ ਹੈਗੀ ਹੈ $24,000। ਆਫਰ ਲੈਟਰ ਜਾਂ ਫਿਰ I-20 ਤੇ ਲਿਖ ਕੇ ਆ ਜਾਂਦਾ ਹੈ 30,000 ਫੀਸ ਹੈ, 6,000 ਜਾਂ 8,000 ਆਪਾਂ ਤੁਹਾਨੂੰ ਸਕਾਲਰਸ਼ਿਪ ਦੇਤੀ। ਓਕੇ ਜੀ, ਸਮਝਣ ਵਾਲੇ ਆਪੇ ਸਮਝ ਗਏ ਹੋਣਗੇ ਕੀ ਚੱਲਦਾ ਹੈ। ਜੇਕਰ ਤੁਸੀਂ ਇੱਕ ਜੈਨੂਇਨ ਸਕਾਲਰਸ਼ਿਪ ਲੈ ਰਹੇ ਹੋ, ਉਹ ਸਿਰਫ ਤੁਹਾਨੂੰ ਮਾਸਟਰਸ ਦੇ ਵਾਸਤੇ ਮਿਲਦੀ ਹੈ, ਯੂਨੀਵਰਸਿਟੀ ਦੇ ਵਿੱਚ ਮਿਲਦੀ ਹੈ, ਔਰ ਮੋਸਟ ਆਫ ਦਾ ਯੂਨੀਵਰਸਿਟੀਜ਼ ਪਹਿਲਾਂ ਤੁਹਾਡਾ ਕੋਈ ਨਾ ਕੋਈ ਟੈਸਟ ਜਾਂ ਇੰਟਰਵਿਊ ਟਾਈਪ ਵਿੱਚ ਜ਼ਰੂਰ ਲੈਂਦੇ ਆ ਤੁਹਾਨੂੰ ਸਕਾਲਰਸ਼ਿਪ ਦੇਣ ਦੇ ਵਾਸਤੇ। ਠੀਕ ਹੈ। ਇਦਾਂ ਇੰਡੀਆ ਦੇ ਵਿੱਚ ਵੀ ਹੁੰਦੇ, ਇੰਡੀਆ ਵਿੱਚ ਵੀ ਤਾਂ ਸਕਾਲਰਸ਼ਿਪਸ ਲੱਗਦੀਆਂ ਕਿੰਨੇ ਬੱਚਿਆਂ ਨੂੰ, ਬਟ ਸਾਰਿਆਂ ਨੂੰ ਪਤਾ ਆਪਾਂ ਕੋਈ ਨਾ ਕੋਈ ਐਗਜ਼ਾਮ ਦਿੰਨੇ ਹੁੰਦੇ ਆ। ਬਿਲਕੁਲ ਬਿਲਕੁਲ ਬਿਲਕੁਲ। ਇਦਾਂ ਹੀ ਬਾਹਰ ਹੈਗਾ। ਬਾਕੀ ਜੋ ਨਵੇਂ ਕਾਲਜ ਆਏ ਆ ਮਾਰਕੀਟ ਦੇ ਵਿੱਚ,
ਆਪਣਾ 1-0 ਪਿੱਛੇ ਵਧਾ ਕੇ ਫਿਰ $4000 ਘੱਟ ਕਰ ਲਓ, ਫਰਕ ਕਿੰਨਾ ਪਿਆ ਤੁਸੀਂ ਆਪੇ ਸਮਝ ਗਏ ਹੋਣਗੇ। ਜੀ 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 ਬਿਲਕੁਲ। ਤੇ ਅੱਗੋਂ ਮੈਂ ਜਾਣਨਾ ਚਾਹੂੰਗੀ ਜ਼ਰੂਰ ਕਿ ਅਗਰ ਆਪਾਂ ਸਪਾਊਸ ਵੀਜ਼ਾ ਦੀ ਅਗਰ ਗੱਲ ਕਰ ਰਹੇ ਹਾਂ ਤਾਂ ਇਹ ਮਾਸਟਰਸ ਪ੍ਰੋਗਰਾਮ ਲਈ ਸਪਾਊਸ ਵੀਜ਼ਾ ਨਾਲ ਲੱਗ ਸਕਦਾ ਹੈ ਇਕੱਠੇ ਫਲਾਈ ਕਰਨ ਵਾਲਾ, ਜਾਂ +2 ਤੋਂ ਬਾਅਦ ਵੀ ਸਟੂਡੈਂਟਸ +2 ਤੋਂ ਬਾਅਦ ਵੀ ਲੱਗ ਸਕਦਾ ਹੈ। ਯੂਕੇ ਦੀ ਤਰ੍ਹਾਂ ਇਕੱਠੇ ਫਲਾਈ ਕਰਦੇ ਕੋਈ ਦਿੱਕਤ ਨਹੀਂ। ਯੈਸ, ਯੂਕੇ ਦੇ ਵਿੱਚ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਯੂਕੇ ਦੀ ਤਰ੍ਹਾਂ, ਕਿਉਂਕਿ ਯੂਕੇ ਸਾਰਿਆਂ ਨੂੰ ਪਤਾ ਜੇ ਆਪਾਂ ਜਾਣਾ ਹੈ ਸਪਾਊਸ ਦੇ ਨਾਲ ਤਾਂ ਆਪਾਂ ਸਿਰਫ ਮਾਸਟਰ ਦੇ ਉੱਤੇ ਹੀ ਜਾ ਸਕਦੇ ਹਾਂ। ਜੀ ਜੀ ਜੀ। ਯੂਐਸ 'ਚ ਤੁਹਾਨੂੰ ਖੁੱਲੀ ਛੂਟ ਹੈਗੀ ਆਫਟਰ +2 ਵੀ, ਜੇ ਤੁਸੀਂ ਮੈਰਿਡ ਹੋ ਔਰ ਆਪਣਾ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਤੁਸੀਂ ਬਿਲਕੁਲ ਨਾਲ ਲੈ ਕੇ ਜਾ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਆਫਟਰ ਤੁਸੀਂ ਗ੍ਰੈਜੂਏਸ਼ਨ ਹੋ ਔਰ ਤੁਹਾਡਾ ਬੇਬੀ ਵੀ ਹੈਗਾ, ਜੇ ਤੁਸੀਂ ਉਹਨੂੰ ਵੀ ਨਾਲ ਲੈ ਕੇ ਜਾਣਾ, ਯੈਸ ਤੁਸੀਂ ਉਹਦੇ ਵਾਸਤੇ ਫਾਈਲ ਪ੍ਰੋਸੈਸ ਵੀ ਕਰ ਸਕਦੇ ਹੋ ਔਰ ਵੀਜ਼ਾ ਵੀ ਆਏਗਾ ਇਹਦੇ ਵਿੱਚ। ਜੀ ਐਦਾਂ ਨਹੀਂ ਹੈ ਕਿ ਮੈਂ ਤੁਹਾਨੂੰ ਕਹਿਤਾ ਕਿ ਤੁਸੀਂ ਬੱਚੇ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ, ਫਾਈਲ ਲਗਾਓਗੇ ਔਰ ਵੀਜ਼ਾ ਨਹੀਂ ਆਏਗਾ। ਨਹੀਂ, ਇਹਦੇ ਵਿੱਚ ਵੀਜ਼ਾ ਵੀ ਯੂਐਸ ਗ੍ਰਾਂਟ ਕਰਦਾ ਹੈ। ਡਿਪੈਂਡ ਤੁਹਾਡੇ ਕੌਨਫੀਡੈਂਸ ਦੇ ਉੱਤੇ ਕਿ ਤੁਸੀਂ ਆਪਣਾ ਵੀਜ਼ਾ ਆਫਿਸਰ ਨੂੰ ਕਿੱਦਾਂ ਜਸਟੀਫਾਈ ਕਰਦੇ ਹੋ ਕਿ ਤੁਸੀਂ ਪੜਨ ਜਾ ਰਹੇ ਹੋ, ਉਹ ਕੌਨਫੀਡੈਂਸ ਕਿੱਦਾਂ ਬਿਲਡ ਕਰਨਾ ਹੈ, ਉਹ ਮੇਰੀ ਜ਼ਿੰਮੇਵਾਰੀ ਹੈਗੀ, ਟੀਮ EIFS ਦੀ ਜ਼ਿੰਮੇਵਾਰੀ ਹੈਗੀ ਕਿ ਆਪਾਂ ਤੁਹਾਨੂੰ ਇੰਟਰਵਿਊ ਦੀ ਪ੍ਰੈਪਰੇਸ਼ਨ ਉਸ ਤਰ੍ਹਾਂ ਨਾਲ ਕਰਾਉਂਦੇ ਆ। ਜੀ ਜੀ ਬਿਲਕੁਲ। ਵੈਸੇ ਅਗਰ ਆਪਾਂ ਦੇਖੀਏ ਤਾਂ ਸਟੂਡੈਂਟਸ ਦੀ ਪਹਿਲੀ ਪ੍ਰੈਫਰੈਂਸ ਕੈਨੇਡਾ ਹੁੰਦੀ ਹੈ, ਪ੍ਰਾਇੋਰਟੀ ਤੇ ਹੁੰਦਾ ਕਿ ਸਾਡਾ ਕੈਨੇਡਾ ਹੋ ਜਾਏ, ਪਰ ਅੱਜ ਦੇ ਟਾਈਮ ਵਿੱਚ ਕੈਨੇਡਾ ਜਾਂ UK ਜਾਂ ਆਪਾਂ ਅੱਜ USA ਦੀ ਗੱਲ ਕਰ ਰਹੇ ਹਾਂ ਤਾਂ ਕਿਉਂ USA ਨੂੰ ਸਟੂਡੈਂਟਸ ਅੱਜ ਦੇ ਟਾਈਮ ਵਿੱਚ ਚੁਣਨ, ਤਾਂ ਰੀਜ਼ਨ ਆਪਾਂ ਨੂੰ ਕਲੀਅਰ ਹੋਵੇ ਸਟੂਡੈਂਟਸ ਨੂੰ ਜਾਂ ਦਰਸ਼ਕਾਂ ਨੂੰ, ਤਾਂ ਕਿ ਜਿਹੜੇ ਪਲਾਨ ਕਰ ਰਹੇ ਨੇ ਹਲੇ ਸਹੀ ਡਿਸੀਜਨ ਨਹੀਂ ਲੈ ਪਾ ਰਹੇ ਉਹ ਆਪਣਾ ਵਿਜ਼ਨ ਕਲੀਅਰ ਕਰਕੇ ਅਗਰ USA ਲਈ ਅਪਲਾਈ ਕਰਨ। ਜੀ ਬਿਲਕੁਲ। ਦੇਖੋ ਕੈਨੇਡਾ ਤਾਂ ਪ੍ਰਾਇਮਰੀ ਡੈਸਟੀਨੇਸ਼ਨ ਹੈ, ਹਰ ਕਿਸੇ ਦੇ ਬੱਚੇ ਦੇ ਮਨ ਦੇ ਵਿੱਚ ਪੇਰੈਂਟਸ ਉੱਤੇ ਕੈਨੇਡਾ ਹੀ ਹੈਗਾ, ਲੇਕਿਨ ਬੱਚੇ ਬਾਰ-ਬਾਰ ਆਇਲਸ ਕਰਦੇ ਆ ਔਰ ਡਿਜ਼ਾਇਰਡ ਸਕੋਰ ਨਹੀਂ ਪਾ ਸਕਦੇ। ਕੁਝ ਬੱਚੇ ਆਇਲਸ ਕਰਨਾ ਹੀ ਨਹੀਂ ਚਾਹੁੰਦੇ ਆ ਜਾਂ ਮਤਲਬ ਮਨ ਹੀ ਨਹੀਂ ਹੈਗਾ ਉਹਨਾਂ ਦਾ ਪੜ੍ਹਨ 'ਚ। ਮੇਰੇ ਕੋਲ ਕਾਫੀ ਬੱਚੇ ਆਏ ਕਿ ਜਿਨ੍ਹਾਂ ਨੇ ਮਾਰਕਸ ਬਹੁਤ ਵਧੀਆ, ਇੰਗਲਿਸ਼ ਵੀ ਚੰਗੀ ਹੈਗੀ, ਪਰ ਕਹਿੰਦੇ ਆਇਲਸ ਨਹੀਂ ਕਰਨੀ। ਅੱਛਾ। ਤੇ ਔਰ ਦੂਜੀ ਫਿਰ ਨਾਲੋਂ ਆ ਗਈ ਕੁਝ ਬੱਚੇ ਜਿਨ੍ਹਾਂ ਨੇ ਟਰਾਈ ਕੀਤਾ ਕੈਨੇਡਾ ਦਾ ਬਟ ਅਨਫੋਰਚੂਨੇਟਲੀ ਨਹੀਂ ਹੋ ਪਾਇਆ, ਤੁਹਾਡਾ ਕੈਨੇਡਾ ਦਾ ਨਹੀਂ ਲੱਗ ਪਾਇਆ, ਉਹ ਬੱਚੇ US ਚੂਜ਼ ਕਰਨ। ਦੇਖੋ ਆਪਾਂ ਐਜੂਕੇਸ਼ਨ ਲੈਣੀ ਹੈ, ਕੱਲ ਨੂੰ ਪੱਕੇ ਹੋਣਾ, ਕੱਲ ਨੂੰ ਡਾਲਰ ਕਮਾਣੇ ਆ। ਹਾਂ ਬਿਲਕੁਲ। ਡਾਲਰ ਤੁਸੀਂ ਕੈਨੇਡੀਅਨ ਕਮਾ ਲਓ, ਅਮਰੀਕੀ ਕਮਾ ਲਓ। ਜੀ ਜੀ। ਅਮਰੀਕੀ ਡਾਲਰ ਵੀ ਘੱਟ ਨਹੀਂ ਹੈਗਾ, ਵੈਲਿਊ ਜ਼ਿਆਦਾ ਹੈਗੀ। ਦੂਜਾ ਇੱਕ ਬੱਚੇ ਨੂੰ ਮੈਂ ਹੋਰ ਚੀਜ਼ ਦੱਸ ਦਿੰਦਾ ਕਿ ਲੈਟਸ ਸੇ ਆਪਾਂ ਕੈਨੇਡਾ ਤੋਂ ਰਿਫਿਊਜ਼ ਹੋ ਗਏ ਜੇ ਆਪਾਂ ਡਿਜ਼ਾਇਰਡ ਸਕੋਰ ਨਹੀਂ ਪਾ ਪਾਏ, ਆਪਾਂ ਕੈਨੇਡਾ ਨਹੀਂ ਜਾ ਸਕਦੇ ਅਜੇ, ਜਾਂ ਜਿਵੇਂ ਰਿਜ਼ਲਟ ਡਿਲੇ ਚੱਲ ਰਿਹਾ, ਸਾਡੇ ਮਨ 'ਚ ਕੋਈ ਡਾਊਟ ਹੈਗਾ, ਤੁਸੀਂ US ਜਾਂਦੇ ਹੋ, 2 ਸਾਲ ਦੀ ਸਟੱਡੀ ਕਰੋ, H1B ਵੀਜ਼ਾ ਵਿੱਚ ਕਨਵਰਟ ਹੁੰਦਾ ਹੈ ਅਪ ਟੂ 6 ਈਅਰ, ਤਾਂ 6 + 2 8 ਸਾਲ ਦਾ ਤੁਹਾਡਾ US ਦਾ ਵੀਜ਼ਾ ਪੱਕਾ ਹੈਗਾ। ਜੀ ਜੀ। 2 ਸਾਲ ਇੰਟਰਨੈਸ਼ਨਲ ਐਜੂਕੇਸ਼ਨ, 6 ਸਾਲ ਦਾ ਇੰਟਰਨੈਸ਼ਨਲ ਵਰਕਿੰਗ ਐਕਸਪੀਰੀਅੰਸ, ਤੁਸੀਂ ਕਲੀਅਰਲੀ ਐਲੀਜੀਬਲ ਹੋ ਕੈਨੇਡੀਅਨ PR ਦੇ ਵਾਸਤੇ। ਆਪਾਂ ਡਾਇਰੈਕਟਲੀ ਕੈਨੇਡਾ ਵੀ ਅਪਲਾਈ ਕਰਨੇ ਆ, ਜੇਕਰ ਐਲੀਜੀਬਲ ਨਹੀਂ ਹੈਗੇ, ਸਾਡਾ ਸੁਪਨਾ ਤਾਂ ਉੱਧਰ ਜਾ ਕੇ PR ਲੈ ਕੇ ਪੱਕੇ ਹੋਣਾ ਹੀ ਹੈ ਨਾ, ਤਾਂ ਵਾਈ ਨਾਟ ਅਮਰੀਕਨ ਐਜੂਕੇਸ਼ਨ ਲੈ ਕੇ ਆਪਾਂ ਕਿਉਂ ਨਹੀਂ ਹੁੰਦੇ। ਔਰ ਅਮਰੀਕਾ ਕਿੱਦਾਂ ਦਾ ਡੈਸਟੀਨੇਸ਼ਨ ਹੈਗਾ, ਇੱਕ ਵਾਰ ਤੁਸੀਂ ਪੜ੍ਹਨ ਲੱਗ ਪਏ ਉੱਧਰ, ਆਪਣੀ ਸਟੱਡੀ ਕੰਪਲੀਟ ਕਰ ਲਈ, H1B ਵੀਜ਼ਾ ਦੇ ਅੰਦਰ ਆ ਗਏ, ਤੁਸੀਂ ਡਾਲਰ ਕਮਾਉਣ ਲੱਗ ਪਏ, ਅਮਰੀਕਾ ਵੀ ਛੱਡਣ ਦਾ ਮਨ ਤੁਹਾਡਾ ਨਹੀਂ ਕਰਨਾ। ਜਿਵੇਂ ਸਾਡੇ ਇੱਧਰ ਅਲੱਗ-ਅਲੱਗ ਥਾਂ ਤੋਂ ਚੰਡੀਗੜ੍ਹ ਭੈਣ ਭਰਾ ਪੜ੍ਹਨ ਆਉਂਦੇ ਆ, ਉਹਨਾਂ ਦਾ ਚੰਡੀਗੜ੍ਹ ਛੱਡਣ ਦਾ ਮਨ ਨਹੀਂ ਕਰਦਾ। ਏਦਾਂ ਹੀ US ਔਰ ਕੈਨੇਡਾ ਵੀ ਹੈਗੇ, ਜੇਕਰ ਤੁਸੀਂ ਗਏ ਹੋ। US ਵੀ ਇੱਕ ਬਹੁਤ ਚੰਗੀ ਇੰਟਰਨੈਸ਼ਨਲ ਡੈਸਟੀਨੇਸ਼ਨ ਹੈਗੀ ਬੱਚਿਆਂ ਦੀ ਸਟੱਡੀ ਦੇ ਵਾਸਤੇ। ਜੀ 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 ਬਿਲਕੁਲ। ਸੋ ਮੈਨੂੰ ਪੂਰੀ ਉਮੀਦ ਹੈ ਕਿ US ਨੂੰ ਲੈ ਕੇ ਸਾਰੇ ਸਵਾਲ ਅਸੀਂ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਿਲ ਕਰ ਚੁੱਕੇ ਹਾਂ, ਪਰ ਫਿਰ ਵੀ ਤੁਹਾਡੇ ਮਾਈਂਡ ਵਿੱਚ ਕੋਈ ਸਵਾਲ ਚੱਲ ਰਿਹਾ, ਤੁਹਾਡੇ ਬੱਚੇ ਦੀ ਪ੍ਰੋਫਾਈਲ ਨੂੰ ਲੈ ਕੇ, ਜਾਂ ਸਟੂਡੈਂਟਸ ਖੁਦ ਵੇਖ ਰਹੇ ਨੇ, ਉਹਨਾਂ ਦੇ ਮਨ ਵਿੱਚ ਕੋਈ ਸਵਾਲ ਹੈ ਕਿ ਮੈਂ ਤਾਂ ਇਹ ਸੁਣਿਆ ਸੀ ਪਰ ਇਹ ਕੁਝ ਹੋਰ ਗੱਲ ਕਹੀ ਜਾ ਰਹੀ ਹੈ, ਤਾਂ ਤੁਸੀਂ ਨਾਲ ਦੀ ਨਾਲ ਆਪਣਾ ਪੁਆਇੰਟ ਜ਼ਰੂਰ ਕਲੀਅਰ ਕਰ ਲੈਣਾ। ਸਕਰੀਨ ਤੇ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ, ਕਾਲ ਜ਼ਰੂਰ ਕਰਿਓ। ਕਾਲ ਕਰਨ ਨਾਲ ਤੁਹਾਨੂੰ ਕਲੀਅਰ ਹੀ ਹੋਏਗਾ ਤੁਹਾਡਾ ਪੁਆਇੰਟ, ਕਿਉਂਕਿ ਇੱਕ ਵਾਰੀ ਕਨਫਿਊਜ਼ਨ ਰਹਿ ਜਾਂਦੀ ਹੈ ਤਾਂ ਫਿਰ ਸਾਨੂੰ ਉਹ ਕਨਫਿਊਜ਼ਨ ਦੂਰ ਕਰਦੇ ਕਰਦੇ ਬਹੁਤ ਟਾਈਮ ਸੋ ਲੰਘ ਜਾਂਦਾ ਹੈ। ਸੋ ਆਪਾਂ ਟਾਈਮ ਜੋ ਹੈ ਉਹਨੇ ਕੀਮਤੀ ਬੜਾ ਲੰਘਾਣਾ ਨਹੀਂ ਹੈ, ਟਾਈਮਲੀ ਆਪਾਂ ਵੀਜ਼ਾ ਵੀ ਪ੍ਰੋਸੈਸ ਕਰਵਾਉਣਾ, ਇਸ ਲਈ ਨਾਲ ਦੀ ਨਾਲ ਆਪਣੀ ਕੁਐਰੀਜ਼ ਕਲੀਅਰ ਜ਼ਰੂਰ ਕਰਦੇ ਰਹਿਣਾ ਜੀ। ਤੇ ਆਪਾਂ ਅੱਗੋਂ ਜ਼ਰੂਰ ਹੁਣ ਮੈਂ ਇੱਕ ਵਾਰ ਫਿਰ ਤੋਂ ਕੈਨੇਡਾ ਬਾਰੇ ਹੀ ਗੱਲ ਕਰਨਾ ਚਾਹੂੰਗੀ, ਕਿਉਂਕਿ ਆਪਾਂ ਕੈਨੇਡਾ ਬਾਰੇ ਜ਼ਿਕਰ ਕਰ ਹੀ ਚੁੱਕੇ ਹਾਂ ਕਿ ਸਟੂਡੈਂਟਸ ਦੀ ਜੋ ਫਸਟ ਪ੍ਰੈਫਰੈਂਸ ਹੁੰਦੀ ਹੈ ਉਹ ਹੁੰਦੀ ਹੈ ਕੈਨੇਡਾ। ਤੇ ਜਿਹੜੇ ਸਟੂਡੈਂਟਸ ਹੁਣ ਅਪਲਾਈ ਕਰ ਰਹੇ ਨੇ ਉਹਨਾਂ ਦੇ ਮਨ ਵਿੱਚ ਅੱਜ ਕੱਲ੍ਹ ਇਹ ਬੜਾ ਸਵਾਲ ਚੱਲ ਰਿਹਾ ਹੈ ਕਿ ਅੱਜ ਕੱਲ੍ਹ ਅਗਰ ਹੁਣ ਅਸੀਂ ਅਪਲਾਈ ਕਰਦੇ ਹਾਂ, ਕਿਉਂਕਿ ਬਾਰ-ਬਾਰ ਇਹ ਚੀਜ਼ ਆ ਰਹੀ ਹੈ ਕਿ ਕੈਨੇਡਾ ਦੇ ਜਨਵਰੀ ਇਨਟੇਕ ਲਈ ਸੀਟਸ ਅਵੇਲੇਬਿਲਿਟੀ ਨੂੰ ਲੈ ਕੇ ਸਵਾਲ ਬੜਾ ਹੈ ਕਿ ਸ਼ਾਇਦ ਹੁਣ ਸੀਟਸ ਹੈ ਕਿ ਨਹੀਂ ਹੈ, ਅਗਰ ਅਪਲਾਈ ਕਰਨਾ ਚਾਹਣ ਤਾਂ ਕੀ ਹਲੇ ਵੀ ਜਨਵਰੀ ਇਨਟੇਕ ਲਈ ਅਪਲਾਈ ਕਰ ਸਕਦੇ ਨੇ? ਜੀ ਬਿਲਕੁਲ ਅਪਲਾਈ ਕਰ ਸਕਦੇ ਆ, ਬਟ ਉਹੀਓ ਗੱਲ ਆ ਗਈ ਹੈ 85% ਨੀਅਰ ਅਬਾਊਟ ਸੀਟਸ ਫਿਲ ਹੋ ਚੁੱਕੀਆਂ, ਕਾਲਜਸ ਕੋਰਸਿਸ ਕਲੋਜ਼ ਹੋ ਚੁੱਕੇ ਆ, ਮੇਨ ਟੇਕ ਓਪਨ ਹੋ ਚੁੱਕਿਆ। ਠੀਕ ਹੈ। ਆਪਾਂ ਬੜੇ ਚਿਰ ਤੋਂ ਇਹੀਓ ਗੱਲ ਕਰਨਾ ਹੈ ਕਿ ਜੇਕਰ ਤੁਸੀਂ ਕਰਨਾ ਹੈ ਐਟਲੀਸਟ ਤੁਸੀਂ ਆਇਲਸ ਵੀ ਦੁਬਾਰਾ ਤੋਂ ਟਰਾਈ ਕਰ ਰਹੇ ਹੋ, ਆਪਣੀ ਸੀਟ ਹੋਲਡ ਕਰਾ ਲਓ। ਜੀ ਜੀ ਜੀ। ਜਿਵੇਂ ਸੈਂਟ ਕਲੀਅਰ ਕਾਲਜ ਦੀ ਗੱਲ ਕਰ ਲਈਏ ਆਪਾਂ, ਉਹਨਾਂ ਨੇ ਕਹਿਤਾ ਕਿ ਕਿਸੇ ਵੀ ਬੱਚੇ ਜਿਨ੍ਹਾਂ ਨੂੰ ਕੰਡੀਸ਼ਨਲ ਆਫਰ ਲੈਟਰ ਵੀ ਦਿੱਤੇ ਹੈ, ਹੁਣ ਜੋ ਟਿਊਸ਼ਨ ਡਿਪੋਜ਼ਿਟ ਕਰਦੇ ਹੋ ਉਹਨਾਂ ਨੂੰ ਜਨਵਰੀ ਇਨਟੇਕ ਨਹੀਂ ਮਿਲੇਗਾ, ਹੁਣ ਮਈ ਇਨਟੇਕ ਹੀ ਜਾ ਰਿਹਾ ਸਾਡਾ। ਓਕੇ ਜੀ। ਤੇ ਜੋ ਬੱਚੇ ਕਹਿਣਾ ਜਾਣਾ ਚਾਹੁੰਦੇ ਆ, ਅਜੇ ਵੀ ਤੁਹਾਡੇ ਕੋਲ ਥੋੜਾ ਸਮਾਂ ਬਚਿਆ ਆਪਣੀ ਜਨਵਰੀ ਇਨਟੇਕ ਦੇ ਵਾਸਤੇ ਸੀਟ ਹੋਲਡ ਕਰਾਣੀ। ਕਾਫੀ ਬੱਚੇ ਇਦਾਂ ਦੇ ਆ ਕਿ ਜਨਵਰੀ ਇਨਟੇਕ ਆਪਾਂ ਆਰਾਮ ਨਾਲ ਅਪਲਾਈ ਕਰਾਂਗੇ,
ਅੱਜ ਇੱਕ ਵਾਰ ਹੋਰ ਆਇਲਸ ਕਰ ਲੈਂਦੇ ਆ, ਇੱਕ ਵਾਰ ਹੋਰ ਦੇਖ ਲੈਂਦੇ ਆ। ਰਿਜ਼ਲਟ ਇਜ਼ ਹੇਅਰ, ਰਿਜ਼ਲਟ ਸਾਹਮਣੇ ਹੈਗਾ। ਜਨਵਰੀ ਇਨਟੇਕ 85% ਕਲੋਜ਼ ਹੋ ਚੁੱਕਿਆ। ਐਪਲੀਕੇਸ਼ਨ ਪਾਣ ਨਾਲ ਮਤਲਬ ਨਹੀਂ ਹੈ, ਆਫਰ ਲੈਟਰ ਰਿਲੀਜ਼ ਵੀ ਹੋਣਾ ਚਾਹੀਦਾ। ਆਫਰ ਲੈਟਰ ਨਾਲ ਵੀ ਮਤਲਬ ਨਹੀਂ ਨਾ, ਕੱਲ ਨੂੰ ਆਪਣਾ ਵੀਜ਼ਾ ਵੀ ਹੋਣਾ ਚਾਹੀਦਾ। ਜੀ ਜੀ ਜੀ। ਉਹਨਾਂ ਹੀ ਕੰਪੀਟੀਸ਼ਨ ਹੌਲੇ ਹੌਲੇ ਵੱਧਦਾ ਜਾ ਰਿਹਾ। ਤੇ ਅੱਜ ਫੇਰ ਮੈਂ ਕਹਿੰਦਾ, ਜੇ ਬੱਚਾ ਜੋ ਕੈਨੇਡਾ ਵਾਸਤੇ ਅਪਲਾਈ ਕਰਨਾ ਚਾਹੁੰਦਾ, ਜਿਵੇਂ ਕਿਊਬਿਕ ਚੋਂ ਨੰਬਰ ਇਨਟੇਕ ਕਲੋਜ਼ ਹੋ ਚੁੱਕਿਆ, ਅੱਛਾ ਬਿਲਕੁਲ ਕਲੋਜ਼ ਨੰਬਰ ਇਨਟੇਕ ਨਹੀਂ ਮਿਲੇਗਾ, CAQ ਨਹੀਂ ਆਏਗਾ। ਜੇਕਰ ਆਲਰੇਡੀ CAQ ਹੈਗਾ ਤਾਂ ਕੁਝ ਕਾਲਜਸ ਵਿੱਚ ਤੁਹਾਨੂੰ ਸੀਟ ਮਿਲ ਸਕਦੀ ਹੈ। ਠੀਕ ਹੈ ਠੀਕ ਹੈ। ਸਿਰਫ ਤਾਂ ਜੇਕਰ ਆਪਾਂ ਫਰੈਸ਼ਲੀ ਅਪਲਾਈ ਕਰ ਰਹੇ ਹਾਂ, ਜਨਵਰੀ ਇਨਟੇਕ ਹੈਗਾ, ਅੱਜ ਦੁਆਰ ਤੋਂ ਕਹਿੰਦਾ ਜੇ ਜਨਵਰੀ ਇਨਟੇਕ ਦੇ ਵਿੱਚ ਜਾਣਾ ਆ, ਡੋਂਟ ਡਿਲੇ। ਨਹੀਂ ਤੇ ਫਿਰ ਜਦੋਂ ਮਾਰਚ ਜਾਂ ਮਈ ਇਨਟੇਕ ਆਏਗਾ, ਤੁਹਾਨੂੰ ਹੋਰ ਜ਼ਿਆਦਾ ਰਸ਼ ਮਿਲੇਗਾ, ਹੋਰ ਜ਼ਿਆਦਾ ਤੁਹਾਨੂੰ ਕੰਪੀਟੀਸ਼ਨ ਹੋਏਗਾ। ਜੀ ਬਿਲਕੁਲ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਹਿਲਾਂ ਤੋਂ ਵੀ ਕਿੰਨੀਆਂ ਹੋਲਡ ਪਈ ਫਾਈਲਸ, ਉਹ ਵੀ ਸਾਰੇ ਹੁਣ ਲਗਾ ਰਹੇ ਨੇ। ਹੁਣ ਕਿੰਨੇ ਸਟੂਡੈਂਟਸ ਜੋ +2 ਦੇ ਰਿਜ਼ਲਟ ਆ ਚੁੱਕੇ ਨੇ, ਉਹ ਵੀ ਸਾਰੇ ਸਟੂਡੈਂਟਸ ਹੁਣ ਲਗਾ ਰਹੇ ਨੇ ਆਪਣੀ ਫਾਈਲ। ਸੋ ਰਸ਼ ਬਹੁਤ ਜ਼ਿਆਦਾ ਕੈਨੇਡਾ ਲਈ ਹੈ ਹੀ ਹੈ। ਸੋ ਅਗਰ ਤੁਹਾਡਾ ਮਾਈਂਡ ਵੀ ਹੈ ਤਾਂ ਹਲੇ ਤੱਕ ਵੀ ਅਗਰ ਤੁਸੀਂ ਡਿਲੇ ਕਰ ਰਹੇ ਤਾਂ ਬਿਲਕੁਲ ਡਿਲੇ ਨਾ ਕਰੋ। ਸੀਟਸ ਨੂੰ ਲੈ ਕੇ ਬਹੁਤ ਵੱਡਾ ਸਵਾਲ ਹੈ। ਸੋ ਟਾਈਮਲੀ ਅਗਰ ਤੁਸੀਂ ਅਪਲਾਈ ਕਰ ਲੈਂਦੇ ਹੋ ਤਾਂ ਹੀ ਤੁਹਾਨੂੰ ਜੋ ਹੈ ਸੀਟ ਜਨਵਰੀ ਇਨਟੇਕ ਲਈ ਮਿਲ ਸਕੇਗੀ। ਔਰ ਆਪਾਂ ਇੱਥੇ ਹੁਣ ਰਿਫਿਊਜ਼ਲ ਕੇਸਿਸ ਬਾਰੇ ਮੈਂ ਜ਼ਰੂਰ ਇੱਥੇ ਵੀ ਜ਼ਿਕਰ ਕਰਨਾ ਚਾਹੂੰਗੀ, ਕੈਨੇਡਾ ਬਾਰੇ ਵੀ, ਜਿਨ੍ਹਾਂ ਦੇ ਪਹਿਲਾਂ ਹੁਣ ਰੀਸੈਂਟਲੀ ਰਿਫਿਊਜ਼ਲਸ ਆ ਚੁੱਕੇ ਨੇ, ਜਾਂ ਫਿਰ ਓਵਰਆਲ ਚਾਹੇ ਉਹਨਾਂ ਦੇ 6 ਬੈਂਡ ਨੇ ਪਰ 1 ਜਾਂ 2 ਮੋਡਿਊਲ 'ਚ 5.5 ਆਇਲ ਸਕੋਰ ਹੋਇਆ ਪਿਆ, ਤਾਂ ਉਹ ਵੀ ਕੀ ਹੁਣ ਅਪਲਾਈ ਕਰ ਸਕਦੇ ਨੇ? ਕਿਉਂਕਿ ਉਹਨਾਂ ਦੇ ਮਨ 'ਚ ਇਹ ਡਾਊਟ ਹੁੰਦਾ ਕਿ ਅਸੀਂ ਦੁਬਾਰਾ ਆਇਲਸ ਕਰੀਏ, ਦੁਬਾਰਾ ਆਇਲਸ ਕਰਦੇ ਨੇ ਤਾਂ ਟਾਈਮ ਹੋਰ ਉਹਨਾਂ ਦਾ ਲੱਗ ਜਾਂਦਾ ਹੈ। ਕਿ ਉਹ ਆਪਣੀ ਪ੍ਰੈਜ਼ੈਂਟਲੀ ਆਇਲ ਸਕੋਰ ਦੇ ਨਾਲ ਕਰ ਸਕਦੇ ਅਪਲਾਈ? ਬਿਲਕੁਲ, ਦੇਖੋ ਜੇ ਤੁਸੀਂ ਰਿਫਿਊਜ਼ਡ ਹੋ ਕੋਈ ਇਸ਼ੂ ਨਹੀਂ ਹੈਗਾ, ਤੁਸੀਂ ਪ੍ਰੈਜ਼ੈਂਟਲੀ ਜੋ ਆਪਣਾ ਰਿਫਿਊਜ਼ਲ ਦੇ ਨਾਲ ਹੈ, ਪ੍ਰੈਜ਼ੈਂਟ ਤੇ ਆਇਲ ਸਕੋਰ ਨਾਲ ਬਿਲਕੁਲ ਅਪਲਾਈ ਕਰ ਸਕਦੇ ਹੋ। ਡਿਪੈਂਡ ਕਰਦਾ ਆਪਾਂ ਕੋਰਸ ਔਰ ਕਾਲਜ ਕਿੱਦਾਂ ਦੇ ਲਿਆ। ਮੈਂ ਪਹਿਲਾਂ ਵੀ ਇਸੇ ਮੰਚ ਤੇ ਇੱਕ ਵਾਰ ਮੈਂ ਦੱਸਿਆ ਸੀਗਾ, ਜੇ ਆਪਣਾ ਆਇਲ ਸਕੋਰ ਘੱਟ ਰਹੇਗਾ, ਅਕੈਡਮਿਕ ਵੀਕ ਹੈਗਾ, ਗੋ ਫॉर ਪ੍ਰੈਕਟੀਕਲ ਕੋਰਸਿਸ, ਨਾਟ ਥਿਓਰੀਟੀਕਲ ਕੋਰਸਿਸ ਤੇ ਤੁਸੀਂ ਨਾ ਜਾਓ। ਠੀਕ ਹੈ। ਦੂਜੀ ਗੱਲ ਮੈਂ ਬੱਚਿਆਂ ਦੀ ਲੈ ਕੇ ਚੱਲਾਂ ਕਿ ਬੱਚੇ ਇੱਕ ਵਾਰ ਆਇਲ ਜ਼ਰੂਰ ਅਟੈਂਪਟ ਕਰਨਾ ਚਾਹੁੰਦੇ ਆ, ਉੱਥੇ ਤੁਸੀਂ ਕੀ ਕਰੋ, ਆਫਰ ਲੈਟਰ ਲਓ, ਤੁਸੀਂ ਆਪਣੀ ਸੀਟ ਰਿਜ਼ਰਵ ਕਰਾਓ, ਨਾਲੋਂ ਨਾਲ ਆਪਣੀ ਆਇਲਸ ਕਰਕੇ ਫਿਰ ਫਾਈਲ ਲਗਾ ਦਿਓ। ਦੇਖੋ ਜੋ ਤੁਹਾਡਾ ਐਟ ਪ੍ਰੈਜ਼ੈਂਟ ਆਇਲਸ ਦਾ ਸਕੋਰ ਹੈਗਾ, ਉਹਦੇ ਨਾਲ ਤੁਸੀਂ ਸੀਟ ਹੋਲਡ ਕਰਵਾ ਲੈਂਦੇ ਹੋ, ਸੀਟ ਰਿਜ਼ਰਵ ਕਰਾ ਲੈਂਦੇ ਹੋ। ਜਨਵਰੀ ਇਨਟੇਕ ਆ ਤਾਂ ਇਟ ਮੀਨਸ ਆਪਾਂ ਅਕਤੂਬਰ ਮਿਡ ਤੱਕ ਤੁਹਾਡੀ ਫਾਈਲ ਲਗਾ ਸਕਦੇ ਹਾਂ। ਤੁਹਾਡੇ ਕੋਲ 45 50 60 ਦਿਨ ਪਏ ਆ, ਆਇਲਸ ਅਟੈਂਪਟ ਕਰੋ। ਵਧੀਆ ਆਂਦਾ, ਹੋ ਸਕਦਾ ਤੁਸੀਂ SGS ਦੇ ਵਿੱਚ ਵੀ ਫਾਲ ਕਰ ਜਾਓ, ਵਧੀਆ ਆਂਦਾ ਨਵੀਂ ਆਇਲਸ ਦੇ ਨਾਲ ਅਕਤੂਬਰ ਐਂਡ ਦੇ ਵਿੱਚ ਤੁਹਾਡੀ ਫਾਈਲ ਐਮਬੈਸੀ ਦੇ ਵਿੱਚ ਲੱਗ ਸਕਦੀ ਹੈ। ਜੀ ਜੀ। ਨਹੀਂ ਆਂਦਾ ਤਾਂ ਐਟਲੀਸਟ ਸਾਡੇ ਕੋਲ ਸੀਟ ਹੋਲਡ ਹੈ, ਆਪਾਂ ਇਸ ਆਇਲਸ ਨਾਲ ਆਪਣਾ ਵੀਜ਼ਾ ਲੈਣ ਦੀ ਕੋਸ਼ਿਸ਼ ਤਾਂ ਕਰ ਸਕਦੇ ਹਾਂ। ਔਰ ਦੁਬਾਰਾ ਤੋਂ ਇੱਕ ਗੱਲ ਮੈਂ ਰਿਪੀਟ ਕਰਨਾ, ਜੇਕਰ ਤੁਸੀਂ EIFS ਰਾਹੀਂ ਅਪਲਾਈ ਕਰਦੇ ਹੋ ਤਾਂ EIFS ਸਿਰਫ ਸਟੂਡੈਂਟਸ ਨੂੰ ਐਨਰੋਲ ਕਰਨ ਦੇ ਪਿੱਛੇ ਨਹੀਂ ਭੱਜਦਾ। EIFS ਦਾ ਮੇਨ ਮੋਟਿਵ ਹੈਗਾ ਵੀਜ਼ਾ, ਜਿਹਦੇ ਵਾਸਤੇ ਬੱਚਿਆਂ ਦੇ ਮਾਪਿਆਂ ਨੇ ਸਾਡੀਆਂ ਪੌੜੀਆਂ ਚੜੀਆਂ ਹੈਗੀਆਂ, ਸਾਡੇ ਆਫਿਸ ਆਏ ਹੈ ਵੀਜ਼ਾ ਦੇ ਵਾਸਤੇ। ਮੇਰਾ ਪ੍ਰੋਮਿਸ ਤੁਹਾਡਾ ਵੀਜ਼ਾ ਦੇ ਵਾਸਤੇ ਹੈਗਾ ਜੀ। ਤੇ ਕਈ ਵਾਰੀ ਨਾ ਸਟੂਡੈਂਟਸ ਨਾਲ ਬੜੀ ਕਨਫਿਊਜ਼ਨ ਦੇਖੀ ਜਾਂਦੀ ਹੈ। ਹੁਣ ਕੈਨੇਡਾ ਵੀ ਜਾਣਾ ਚਾਹੁੰਦੇ ਨੇ, ਪਰ ਇਹ ਵੀ ਡਾਊਟ ਹੈ ਵੀ ਇਹ ਨਾ ਹੋਵੇ ਸਾਡਾ ਕੈਨੇਡਾ ਵੀਜ਼ਾ ਨਾ ਲੱਗੇ। ਦੂਸਰੇ ਪਾਸੇ ਸੋਚਦੇ ਨੇ ਚਲੋ ਅਸੀਂ USA ਅਪਲਾਈ ਕਰ ਲਈਏ। ਬਹੁਤ ਕਨਫਿਊਜ਼ਡ ਸਟੂਡੈਂਟਸ ਨੇ ਜਿਹੜੇ ਉਹ ਸਾਡਾ ਸ਼ੋਅ ਵੇਖ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ EIFS ਉਹਨਾਂ ਨੂੰ ਕੀ ਸੁਜੈਸਟ ਕਰਦਾ ਵੀ ਕੈਨੇਡਾ ਤਾਂ ਅਪਲਾਈ ਕਰਨਾ ਚਾਹੁੰਦੇ ਨੇ ਪਰ ਮਨ ਵਿੱਚ ਡਾਊਟ ਹੈ ਕਿ ਕਿਤੇ ਅਗਰ ਇੱਥੇ ਨਾ ਬਣ ਪਾਇਆ ਤੇ ਇਹ ਨਾ ਹੋਵੇ USA ਵੀ ਰਹਿ ਜਾਏ? ਬਿਲਕੁਲ ਜੀ ਹਰਜੋਤ ਜੀ, ਦੇਖੋ EIFSC ਦੇ ਵਾਸਤੇ ਪਹਿਲਾਂ ਹੀ ਇਨੀਸ਼ੀਏਟਿਵ ਲੈ ਚੁੱਕਿਆ, ਪਹਿਲਾਂ ਹੀ ਬੱਚਿਆਂ ਵਾਸਤੇ ਇੱਕ ਸਰਵਿਸ ਆਪਾਂ ਕਹਿ ਸਕਦੇ ਹਾਂ, ਇੱਕ ਆਪਸ਼ਨ ਸਟਾਰਟ ਕਰ ਚੁੱਕਿਆ ਜੀ। ਜੋ ਵੀ ਬੱਚਾ EIFS ਰਾਹੀਂ ਕੈਨੇਡਾ ਸਟੂਡੈਂਟ ਵੀਜ਼ਾ ਅਪਲਾਈ ਕਰਦਾ, ਆਪਾਂ ਨਾਲੋਂ ਨਾਲ ਹੀ ਉਹਦਾ US ਦਾ ਸਟੂਡੈਂਟ ਵੀਜ਼ਾ ਵੀ ਪ੍ਰੋਸੈਸ ਕਰ ਰਹੇ ਹਾਂ। ਓਕੇ, ਆ ਗਈ ਐਕਸਪੈਂਸਿਸ ਦੀ ਗੱਲ, ਚਾਰजेस ਦੀ ਗੱਲ। ਆਪਾਂ ਬੱਚੇ ਨੇ ਸਿਰਫ ਸਾਨੂੰ ਆਪਣੇ ਡਾਕੂਮੈਂਟਸ ਰੈਡੀ ਕਰਕੇ ਦੇਣੇ ਆ। ਠੀਕ ਹੈ। ਜਿਵੇਂ ਐਜੂਕੇਸ਼ਨਲ ਹੋ ਗਿਆ, ਐਫੀਡੇਵਿਟ ਆਫ ਸਪੋਰਟ ਹੋ ਗਏ, ਜੇਕਰ ਗੈਪ ਹੈਗਾ, ਐਕਸਪੀਰੀਅੰਸ ਜਾਂ ਰਿਜ਼ਿਊਮੇ, ਇਦਾਂ ਦੇ ਡਾਕੂਮੈਂਟ ਰੈਡੀ ਕਰਕੇ ਦੇਣੇ ਆ। ਠੀਕ ਹੈ। ਨਾ ਤੁਹਾਡੇ ਤੋਂ I-20 ਦੇ ਚਾਰजेस, ਨਾ ਸਰਵਿਸ ਫੀਸ, ਨਾ ਐਮਬੈਸੀ ਫੀਸ। EIFS ਤੁਹਾਨੂੰ ਤੁਹਾਡੇ ਤੋਂ ਕੁਝ ਵੀ ਚਾਰਜ ਨਹੀਂ ਕਰੇਗਾ, ਤੁਸੀਂ ਸਿਰਫ ਜਾ ਕੇ ਇੰਟਰਵਿਊ ਦੇਣਾ ਹੈ, ਜੋ ਕਿ ਇੱਕ ਵੀਜ਼ਾ ਵਾਸਤੇ ਜ਼ਰੂਰੀ ਵੀ ਹੈਗਾ। ਜੀ ਜੀ। ਹੁਣ ਗੱਲ ਆ ਗਈ, ਲੈਟਸ ਸੇ ਕਿ ਅਨਫੋਰਚੂਨੇਟਲੀ ਸਾਡਾ ਬਾਈ ਲੱਕ ਕੈਨੇਡਾ ਦਾ ਵੀਜ਼ਾ ਨਹੀਂ ਲੱਗਿਆ, ਤੁਹਾਡੇ ਕੋਲ ਦੂਜਾ ਵੀਜ਼ਾ ਤਾਂ ਪਿਆ ਹੋਏਗਾ। ਇੱਥੇ ਨਾ ਮੈਂ ਗੱਲ ਦੱਸਾਂ, ਜਦੋਂ ਬੱਚੇ ਨੂੰ ਪਤਾ ਹੁੰਦਾ ਹੈ ਨਾ ਕਿ ਮੇਰਾ ਇੱਥੇ ਬਾਈ ਚਾਂਸ ਨਹੀਂ ਬਣਿਆ ਤਾਂ ਮੇਰੇ ਕੋਲ ਉਹ ਆਪਸ਼ਨ ਵੀ ਹੈਗਾ, ਬੱਚਾ ਉਨਾ ਹੀ ਕੌਨਫੀਡੈਂਟ ਦੇ ਨਾਲ ਦੋਨੋਂ ਕੰਟਰੀਜ਼ ਦੇ ਵਿੱਚ ਅਪਲਾਈ ਕਰਦਾ। ਔਰ ਹੋ ਸਕਦਾ ਕਿ ਤੁਹਾਡਾ ਕੈਨੇਡਾ ਔਰ US ਦਾ ਨਾਲੋਂ ਨਾਲ ਹੀ ਲੱਗ ਜਾਏ, ਫਿਰ ਤੁਹਾਨੂੰ ਚੂਜ਼ ਕਰਨਾ ਪਵੇ ਕਿ ਮੈਂ ਕੈਨੇਡਾ ਜਾਵਾਂ ਜਾਂ ਮੈਂ US ਜਾਵਾਂ। ਬਟ ਦੁਬਾਰਾ ਤੋਂ ਕਹਿ ਦਿੰਦਾ, EIFS ਤੁਹਾਡਾ ਜੋ ਸੈਕਿੰਡ ਆਪਾਂ ਆਪਸ਼ਨ ਅਪਲਾਈ ਕਰ ਰਹੇ ਹਾਂ, ਕੋਈ ਫੀਸ ਚਾਰਜ ਨਹੀਂ ਕਰਦਾ, ਨਾ ਕੋਈ ਇਹਦੀ ਹਿਡਨ ਚਾਰजेस ਹੈਗੇ ਕਿ ਤੁਸੀਂ ਮੇਰੇ ਕੋਲ ਵਿਜ਼ਿਟ ਕਰੋਗੇ ਮੈਂ ਉਦੋਂ ਤੁਹਾਨੂੰ ਦੱਸੂਗਾ ਕਿ ਇਸ ਚੀਜ਼ ਦੇ ਮੈਂ ਤੁਹਾਡੇ ਤੋਂ ਇੰਨੇ ਪੈਸੇ ਲੈਣੇ ਆ। ਨਹੀਂ, ਜੇ ਤੁਹਾਡਾ ਕੈਨੇਡਾ ਦਾ ਵੀਜ਼ਾ ਵੀ ਆ ਜਾਂਦਾ, US ਦਾ ਵੀ ਆ ਜਾਂਦਾ ਹੈ,
ਆਪਾਂ ਇਹ ਨਹੀਂ ਕਹਿਣਾ ਆਪਾਂ ਤੁਹਾਨੂੰ ਯੂਐਸ ਦਾ ਵੀਜ਼ਾ ਵੀ ਦਵਾਇਆ ਨਾਲ ਉਹਦੇ ਚਾਰਜ ਦਵੋ ਜੀ ਨਹੀਂ, ਕੁਝ ਨਹੀਂ। ਜੋ ਪਹਿਲਾਂ ਤੁਹਾਡੇ ਨਾਲ ਗੱਲ ਹੋਈ ਹੈ ਕਿ ਤੁਸੀਂ ਸਿਰਫ ਕੈਨੇਡਾ ਦਾ ਐਕਸਪੈਂਸ ਦੇਣਾ ਹੈ, ਕੈਨੇਡਾ ਦੇ ਹੀ ਓਨਲੀ। ਜੀ ਵਾਕਈ, ਸੋ ਬਿਲਕੁਲ ਬਹੁਤ ਹੀ ਸਿਕਿਉਰ ਆਪਸ਼ਨ ਸਟੂਡੈਂਟਸ ਦੇ ਲਈ ਹੈ ਕਿ ਅਗਰ ਤੁਸੀਂ ਕੈਨੇਡਾ ਲਈ ਅਪਲਾਈ ਕਰ ਹੀ ਰਹੇ ਹੋ ਤੇ ਫ੍ਰੀ ਆਫ ਕਾਸਟ ਤੁਸੀਂ ਨਾਲ ਦੀ ਨਾਲ ਯੂਐਸਏ ਲਈ ਵੀ ਅਪਲਾਈ ਕਰ ਸਕਦੇ ਹੋ। ਤੇ ਜੇ ਤੁਹਾਡਾ ਕੈਨੇਡਾ ਦਾ ਲੱਗ ਜਾਂਦਾ ਤਾਂ ਤੁਸੀਂ ਕੈਨੇਡਾ ਤਾਂ ਜਾਓਗੇ ਹੀ, ਪਰ ਇਨ ਕੇਸ ਤੁਹਾਡਾ ਕੈਨੇਡਾ ਫਾਈਲ ਨਹੀਂ ਲੱਗਦਾ, ਤੁਹਾਡਾ ਵੀਜ਼ਾ ਨਹੀਂ ਲੱਗ ਪਾਉਂਦਾ, ਤਾਂ ਸਿਕਿਉਰਲੀ ਯੂਐਸਏ ਵਿੱਚ ਵੀਜ਼ਾ ਲੱਗ ਜਾਂਦਾ ਤਾਂ ਤੁਹਾਡਾ ਟਾਈਮ ਜੋ ਹੈ ਸੇਵ ਹੋ ਜਾਂਦਾ ਹੈ ਔਰ ਤੁਹਾਨੂੰ ਪਹਿਲਾਂ ਤੋਂ ਕੋਈ ਪੈਸੇ ਵੀ ਅਲੱਗ ਤੋਂ ਦੇਣ ਦੀ ਲੋੜ ਨਹੀਂ ਪੈਂਦੀ ਹੈ। ਸੋ ਥੈਂਕ ਯੂ ਸੋ ਮਚ ਲਵਿਸ਼ ਜੀ ਕਿ ਤੁਸੀਂ ਅੱਜ ਇਸ ਸ਼ੋਅ ਦੇ ਵਿੱਚ ਕਾਫੀ ਅੱਛੀਆਂ ਗੱਲਾਂ, ਬਹੁਤ ਹੀ ਇਨਫੋਰਮੇਟਿਵ ਗੱਲਾਂ ਜੋ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦੇ ਇਜਾਜ਼ਤ। ਧੰਨਵਾਦ।